किसान आगू सुप्रीम कोर्ट के इस फैसले तो बाद बिल्कुल सुप्रीम कोर्ट ने सब तो अहम फैसला सुनाया और किसान जथेबंदियां इसनूं किस तरीके दे नाल लै रहीआं ने। जगजीत सिंह होरां दी पहला गलबात असीं सुनाई, हुण मनजीत सिंह राय होरां नाल गलबात करदे हां क्योंकि एक एक जथेबंदी नाल गलबात करांगे, बूढ़े हर किसी दा उन्हां दा पहलू जाणांगे। किवें देखदे हो अज दे सुप्रीम कोर्ट ने जो फैसला सुनाया? देखो ये जिहड़ा फैसला आया हैगा ये साडा अपनी मीटिंग होएगी पहला हुण 32 जथेबंदियां दी, असीं वकील साहबां दी सलाह लवांगे ਉਹਦੇ ਬਾਰੇ ਫਿਰ ਹੀ ਕੋਈ ਮੈਂ ਤਾਂ ਕਮੈਂਟ ਕਰ ਸਕਦਾ ਕਿਉਂਕਿ ਇਹ ਜਿਹੜਾ ਕਾਨੂੰਨੀ ਦਾਅ ਪੇਚ ਹੈ ਇਹਦੇ ਬਾਰੇ ਜਿਆਦਾ ਵਕੀਲ ਸਾਹਿਬ ਦੱਸ ਸਕਦੇ ਨੇ, ਉਹਨਾਂ ਕੋਲੋਂ ਰਾਇ ਲੈ ਕੇ ਹੀ ਆਪਾਂ ਕੋਈ ਕਮੈਂਟ ਕਰਾਂਗੇ। ਤੁਹਾਡੀ ਜਥੇਬੰਦੀ ਇਸ ਨੂੰ ਜਿੱਤ ਮੰਨਦੀ ਹੈ ਕਿਉਂਕਿ ਅਜੇ ਤੱਕ ਤਾਂ ਸੋਧ ਨੂੰ ਲੈ ਕੇ ਹੀ ਅੜੇ ਹੋਏ ਸੀਗੇ, ਹੁਣ ਅਗਰ ਕਾਨੂੰਨ ਲਾਗੂ ਹੀ ਨਹੀਂ ਹੋਏਗਾ ਤਾਂ ਕਿਤੇ ਨਾ ਕਿਤੇ ਜਥੇਬੰਦੀਆਂ ਦੀ ਜਿੱਤ ਮੰਨ ਰਹੇ ਹੋ ਤੁਸੀਂ? ਨਹੀਂ, ਉਹ ਕਦੋਂ ਤੱਕ ਨਹੀਂ ਲਾਗੂ ਹੋਏਗਾ, ਉਹ ਹਲੇ ਉਹਦੇ ਬਾਰੇ ਸਾਰੀ ਗੱਲ ਜਿਹੜੀ ਉਹ ਆਏਗੀ ਖੁੱਲ ਕੇ। ਉਹ ਮੈਂ ਤਾਂ ਹੀ ਕਹਿ ਰਿਹਾ ਕਿ ਹਜੇ ਵਕੀਲ ਸਾਹਿਬ ਇਹਦੇ ਬਾਰੇ ਚੰਗੀ ਤਰ੍ਹਾਂ ਜਿਹੜਾ ਜੋ ਆਰਡਰ ਹੈ ਉਹਨੂੰ ਪੜ੍ਹ ਕੇ ਉਹ ਤੇ ਡਿਸਕਸ ਕਰਾਂਗੇ, ਫੇਰ ਹੀ ਕੋਈ ਗੱਲ ਕਹਿ ਸਕਾਂਗੇ। ਕਿਉਂਕਿ ਹੋ ਸਕਦਾ ਵੀ ਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਨੇ 6 ਮਹੀਨਿਆਂ ਦੀ ਰੋਕ ਲਾਤੀ ਹੋਵੇ ਤੇ ਬਾਅਦ ਫਿਰ ਕੀ ਹੋਣਾ। ਇਸ ਕਰਕੇ ਅਸੀਂ ਕਾਨੂੰਨ ਤਾਂ ਇਹਨੂੰ ਜੜ ਤੋਂ ਖਤਮ ਕਰਨਾ ਨਾ, ਇਹਨੂੰ ਰੱਦ ਕਰਾਉਣਾ ਹੈ। ਇਸ ਕਰਕੇ ਉਹਦੇ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿ ਸਕਦਾ, ਚਰਚਾ ਕਰਾਂਗੇ, ਆਪਣੀ ਮੀਟਿੰਗ ਕਰਾਂਗੇ ਬੱਤੀਆਂ ਦੀ, ਉਸ ਤੋਂ ਇਲਾਵਾ ਫਿਰ ਮੀਟਿੰਗ ਕਰਾਂਗੇ ਅਸੀਂ ਵਕੀਲ ਸਾਹਿਬਾਂ ਨਾਲ, ਤੇ ਕਰਕੇ ਤਾਂ ਫਿਰ ਹੀ ਕੋਈ ਇਹਦੇ ਬਾਰੇ ਆਪਾਂ ਕਮੈਂਟ ਕਰਾਂਗੇ। ਹਜੇ ਕੋਈ ਕੀ ਹੁਣ ਇਸ ਤੇ ਵੀ ਵਿਚਾਰ ਕੀਤਾ ਜਾ ਸਕਦਾ ਅਗਰ लागू नहीं हो रहे तो अंदोलन भी हुण खत्म कर दिता जाए, इस ते भी विचार किया जाएगा मीटिंग के अंदर? नहीं, जिन्ना चिर पूरी तरह खत्म नहीं होंगे अंदोलन भी उन्ना चिर खत्म नहीं होना। एक क्लीयर कट गल है, इन्हों खत्म करना होगा। सुप्रीम कोर्ट ने जेकर आदेश दिते हैं तो सुप्रीम कोर्ट मानयोग मैं असीं सत्कार करते हैं, उन्होंने चाहिए ही सरकार को फटकार लाते भी इन्हों खत्म ही करो, जब्बे ही मुकाओ इस काम का, तो लोग जाके अपने घर च बहन। लेकिन कानून तो हुण लागू ही नहीं होंगे, सुप्रीम कोर्ट ने कह दिता कानून लागू क्लीयर नहीं ना भी किन्ना चिर नहीं लागू होंगे, की उहदा अगला मैटर होएगा वो सारा वो तो एडवोकेट्स दसणगे ना, वकील साहब दसणगे, फिर उन्होंने नाल असीं सलाह करके दसांगे। एक कमेटी जिहड़ी है वो बना दी गई, उस कमेटी नूं किस तरीके दे नाल देखदे हो? नहीं, कमेटी बारे भी अजे कोई गल नहीं असीं कह सकते क्योंकि कमेटी की गल जिहड़ी आ वो जिन्ना चिर आपां सारे इकट्ठे नहीं हुंदे, वकील साहब नहीं इकट्ठे हुंदे, अपने बंदे नहीं इकट्ठे हुंदे सारे, ਉਹਦੇ ਬਾਰੇ ਆਪਾਂ ਕੱਲਿਆਂ ਨਹੀਂ ਕੋਈ ਮੈਂ ਵਿਚਾਰ ਦੇ ਸਕਦਾ। ਉਹ ਵਿਚਾਰ ਜਿਹੜਾ ਹੋਊਗਾ ਸਾਡਾ ਸਾਰਾ ਸਾਂਝਾ ਵਿਚਾਰ ਆਊਗਾ, ਸੰਯੁਕਤ ਕਿਸਾਨ ਮੋਰਚੇ ਵੱਲੋਂ ਆਏਗਾ। ਇਸ ਕਰਕੇ ਸਾਡੇ ਇੱਕ ਡਿਸਪਲਿਨ ਹੈ, ਮੈਂ ਕੱਲਾ ਨਹੀਂ। ਸਾਡੀ 500 ਬੜੀ ਹੈਰਾਨੀ ਦੀ ਗੱਲ ਸੀਗੀ, ਇੰਨੀ ਅਹਿਮ ਸੁਣਵਾਈ ਔਰ ਕਿਸਾਨ ਜਥੇਬੰਦੀਆਂ ਦੇ 4 ਵਕੀਲ ਚਾਰੋਂ ਹੀ ਗੈਰ ਹਾਜ਼ਰ ਰਹੇ। ਦੇਖੋ ਇਹ ਕਾਨੂੰਨ ਮੈਂ ਤਾਂ ਪਹਿਲੇ ਕਿਹਾ ਕਿ ਕਾਨੂੰਨੀ ਦਾਅ ਪੇਚ ਅਸੀਂ ਨਹੀਂ ਜਾਣਦੇ, ਉਹ ਵਕੀਲਾਂ ਨੂੰ ਹਾਜ਼ਰ ਤਾਂ ਹੋਣਾ ਚਾਹੀਦਾ ਸੀ। ਉਹਨਾਂ ਦੀ ਜ਼ਿੰਮੇਵਾਰੀ ਆ, ਉਹਨਾਂ ਨੇ ਇਹ ਚੰਗਾ ਸਮਝ ਕੇ ਨਹੀਂ ਪੇਸ਼ ਹੋਏ ਜਾਂ ਕਿੱਦਾਂ ਨਹੀਂ ਹੋਏ ਇਹ ਤਾਂ ਉਹੀ ਦੱਸ ਸਕਣਗੇ, ਪਰ ਆਪਾਂ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਕਾਹਤੇ ਨਹੀਂ ਗਏ, ਫਿਰ ਉਹ ਸਾਨੂੰ ਦੱਸਣਗੇ ਵੀ ਅਸੀਂ ਇਸ ਕਰਕੇ ਨਹੀਂ ਗਏ, ਫਿਰ ਆਪਾਂ ਉਹਤੇ ਕਮੈਂਟ ਕਰਾਂਗੇ। ਹਜੇ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਕੁਝ ਖੁਸ਼ੀ ਹੈ, ਕੁਝ ਅੱਧੀ ਜਿੱਤ ਹੈ ਜੇ ਲਾਗੂ ਨਹੀਂ ਹੋ ਰਹੇ, ਅੱਧੀ ਜਿੱਤ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹ ਵੀ ਸਾਨੂੰ ਮਨਜ਼ੂਰ ਨਹੀਂ ਹੈ, ਕਾਨੂੰਨ ਲਾਗੂ ਨਾ ਹੋਣਾ ਵੀ ਸਾਨੂੰ ਮਨਜ਼ੂਰ ਨਹੀਂ ਹੈ? ਨਹੀਂ, ਖੁਸ਼ੀ ਤਾਂ ਉਸ ਦਿਨ ਹੋਗੀ ਨਾ ਜਦੋਂ ਘਰ ਜਾਵਾਂਗੇ, ਤੇ ਘਰ ਤਾਂ ਉਦੋਂ ਹੀ ਜਾਵਾਂਗੇ ਜਦੋਂ ਰੱਦ ਹੋਊ, ਤੇ ਫਿਰ ਇਸ ਕਰਕੇ ਖੁਸ਼ੀ ਵਾਲੀ ਗੱਲ ਤਾਂ ਮਨਾਵਾਂਗੇ ਹੀ, ਖੁਸ਼ੀਆਂ ਬਈ ਸਰਕਾਰ ਕਰੇ ਇਹਨੂੰ ਰੱਦ। ਹੁਣ 15 ਤਰੀਕ ਨੂੰ ਤੇ ਅਸੀਂ ਇੱਥੇ ਭੰਗੜੇ ਪਾਉਂਦੇ ਜਾਵਾਂਗੇ, ਸਰਕਾਰ ਦਾ ਧੰਨਵਾਦ ਕਰਦੇ ਜਾਵਾਂਗੇ, ਸਰਕਾਰ ਦੀ ਵੀ ਜੈ ਕਰਦੇ ਜਾਵਾਂਗੇ। ਕੋਈ ਐਡੀ ਗੱਲ ਜਿਹੜਾ ਅੰਦੋਲਨ ਨਹੀਂ ਖਤਮ ਹੋਏਗਾ? ਨਹੀਂ, ਅੰਦੋਲਨ ਜਿੰਨਾ ਚਿਰ ਇਹ ਕਾਨੂੰਨ ਬਿਲਕੁਲ ਰੱਦ ਨਹੀਂ ਹੁੰਦੇ ਉਹਨਾਂ ਚਿਰ ਅੰਦੋਲਨ ਬਿਲਕੁਲ ਇਸੇ ਤਰ੍ਹਾਂ ਚੱਲੇਗਾ, ਅੰਦੋਲਨ ਖਤਮ ਨਹੀਂ ਹੋਏਗਾ। ਇੱਕ ਟਿੱਪਣੀ ਇਹ ਵੀ ਕੀਤੀ ਗਈ, ਇਸ ਦਾ ਵੀ ਜ਼ਿਕਰ ਕੀਤਾ ਗਿਆ ਕਿ ਖਾਲਿਸਤਾਨੀ ਮੂਵਮੈਂਟ ਆ ਚੁੱਕੀ ਹੈ, ਇੱਕ ਹਿੱਸਾ ਇਹ ਵੀ ਜ਼ਿਕਰ ਕੀਤਾ ਗਿਆ ਸਿੱਖ ਫॉर ਜਸਟਿਸ ਵਾਲੇ ਐਂਟਰ ਹੋ ਚੁੱਕੇ ਨੇ, ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਇਹ ਸੁਪਰੀਮ ਕੋਰਟ ਦੇ ਵਿੱਚ ਅੱਜ ਚਰਚਾ ਹੋਈ ਇਸ ਗੱਲ ਨੂੰ ਲੈ ਕੇ। ਮੈਂ ਕਹਾਂ ਜੀ ਇਹ ਸਰਕਾਰ ਦੀ ਪਾਲਿਸੀ ਰਹੀ ਸ਼ੁਰੂ ਤੋਂ, ਇਹ ਆਪਣੇ ਐਡਵੋਕੇਟਸ ਭੇਜ ਕੇ ਇਦਾਂ ਦੀ ਤੋਮਤਾਂ ਹੁਣ ਅਦਾਲਤ 'ਚ ਵੀ ਲਾਏਗੀ। ਮੈਂ ਇੱਕ ਗੱਲ ਕਹਾਂ ਜੀ, ਮੈਂ ਦਸਤਾਰ ਸਜਾਈ ਹੋਈ ਹੈ, ਮੇਰੇ ਪਿੰਡ ਦਾ ਇੱਕ ਗਰੀਬ ਸੱਜਣ ਹੈ, ਉਹ ਦਸਤਾਰ ਲੈ ਕੇ ਇਹਨੂੰ ਧੋ ਕੇ ਇੱਥੇ 100 ਰੁਪਏ ਰੱਖ ਕੇ ਮੈਨੂੰ ਇੱਥੇ ਆ ਕੇ ਦੇ ਕੇ ਗਿਆ। ਕਿਹੜਾ ਖਾਲਿਸਤਾਨੀ ਹੈ ਜੀ ਉਹ? ਮੇਰਾ ਬੇਟਾ ਬਾਹਰ ਗਿਆ ਹੋਇਆ ਕੈਨੇਡਾ ਉਹ ਪੜ੍ਹਨ ਵਾਸਤੇ, ਉਹ ਕਹਿੰਦਾ ਪਾਪਾ ਅਸੀਂ $15 $20 ਇਕੱਠੇ ਕੀਤੇ ਨੌਜਵਾਨਾਂ ਨੇ, ਉਹਨੇ 1 ਲੱਖ ਰੁਪਈਆ ਭੇਜਿਆ ਇਸ ਮੋਰਚੇ ਵਾਸਤੇ, ਤੇ ਉਹਨੂੰ ਕਿਹੜੇ ਅੱਤਵਾਦੀ ਕਹਿ ਦਈਏ? ਸਾਡੇ ਬੱਚੇ ਅੱਤਵਾਦੀ ਨੇ, ਅਸੀਂ ਅੱਤਵਾਦੀ ਹਾਂ? ਇਹ ਸਰਕਾਰ ਦੀਆਂ ਕੁਝੀਆਂ ਹਰਕਤਾਂ ਇਹ ਲੋਕਾਂ ਨੂੰ ਤਾਂ ਗੁੰਮਰਾਹ ਕਰ ਹੀ ਰਹੇ ਨੇ। ਇਹ ਮਾਨਯੋਗ ਅਦਾਲਤ ਨੂੰ ਜਿਹੜੀ ਸੁਪਰੀਮ ਕੋਰਟ ਜਿਹੜੀ ਉਸ ਕਹਿ ਦਿਓ ਸਰਵਉੱਚ ਅਦਾਲਤ ਹੈ ਉਹਨੂੰ ਵੀ ਗੁੰਮਰਾਹ ਕਰ ਰਹੇ ਨੇ। ਇਦਾਂ ਦੀ ਸਰਕਾਰ ਹੈ, ਫਰੇਬੀ ਹੈ, ਝੂਠੀ ਸਰਕਾਰ ਹੈ, ਇਹ ਉਹਨਾਂ ਨੂੰ ਵੀ ਗੁੰਮਰਾਹ ਕਰ ਰਹੇ ਨੇ। ਪਹਿਲਾਂ 2 ਵਜੇ ਮੀਟਿੰਗ ਹੋਣੀ ਸੀ, ਹੁਣ ਕਿੰਨੇ ਵਜੇ ਮੀਟਿੰਗ ਰੱਖੀ ਹੈ? 2 ਵਜੇ ਵਾਲੀ ਹੋਏਗੀ ਜਾਂ ਫਿਰ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ? ਨਹੀਂ, 2 ਵਜੇ ਵਾਲੀ ਸਾਡੀ ਹੋਣੀ ਆ, ਅਸੀਂ ਚੱਲੇ ਹੁਣ ਉਧਰ ਮੀਟਿੰਗ ਵੱਲ ਨੂੰ ਹੀ। ਇਹ ਤਾਂ ਤੁਹਾਡੇ ਹੁਕਮ ਤਾਂ ਬੱਜੇ ਖੜੇ ਆ ਤੇ ਅਸੀਂ ਹੁਣ ਨਿਕਲ ਜਾਣਾ, ਮੀਟਿੰਗ 'ਚ ਜਾਣਾ ਜੀ। ਜਾਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦੇ ਇਸ ਫੈਸਲੇ ਨੂੰ ਲੈ ਕੇ? ਯੂਥ ਕੀ ਕਿਸ ਤਰੀਕੇ ਨਾਲ ਦੇਖਦੇ? ਅਸਲ ਵਿੱਚ ਜਿਹੜਾ ਮੈਂ ਸਮਝਦਾ ਵੀ ਸਰਕਾਰ ਬੜੀ ਕਸੂਤੀ ਫਸੀ ਹੋਈ ਆ, ਕਿਉਂਕਿ ਸਰਕਾਰ ਨੂੰ ਸਮਝ ਨਹੀਂ ਲੱਗਦੀ ਕੀ ਕਰੀਏ। ਸੁਪਰੀਮ ਕੋਰਟ ਜਾਣਾ ਵੀ ਉਹਨਾਂ ਦੀ ਮਜਬੂਰੀ ਸੀ, ਉਹ ਮਜਬੂਰੀ ਦੇ ਵਿੱਚੋਂ ਹੀ ਅੱਜ ਦੇਖੋ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਸੁਪਰੀਮ ਕੋਰਟ ਨੂੰ ਵੀ ਇਹ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ, ਕਿਤੇ ਨਾ ਕਿਤੇ ਸਿਆਸੀ ਰੰਗ ਦੇ ਵਿੱਚੋਂ ਆ ਰਹੀ ਆ, ਕਿਉਂਕਿ ਜਿਹੜਾ ਹੋਲਡ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ, ਅਸੀਂ ਹੋਲਡ ਰਖਾਉਣ ਵਾਸਤੇ ਨਹੀਂ ਆਏ, ਅਸੀਂ ਤਾਂ ਕਾਨੂੰਨ ਰੱਦ ਕਰਾਉਣ ਲਈ ਇੱਥੇ ਮੋਰਚਾ ਕਹਿ ਦਿੱਤਾ ਗਿਆ ਕਿ ਲਾਗੂ ਹੋਣ ਤੇ ਹੀ ਰੋਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ। ਇਸ ਨੂੰ ਯੂਥ ਸਹੀ ਮੰਨਦੀ ਹੈ?
ਨਹੀਂ ਬਿਲਕੁਲ ਨਹੀਂ। ਪ੍ਰਧਾਨ ਜੀ ਹੁਣੀ ਸਾਡੀ ਪਹਿਲਾਂ ਗੱਲ ਕਲੀਅਰ ਕਰਕੇ ਗਏ ਅਸੀਂ ਰੱਦ ਕਰਾਉਣ ਹੀ ਆਸਤੇ ਆਏ ਆ। ਉਹ 6 ਮਹੀਨਿਆਂ ਬਾਅਦ ਫੇਰ ਲਾਗੂ ਕਰ ਦੇਣਗੇ, 6 ਮਹੀਨੇ ਰੋਕ ਲੈਣਗੇ। ਸਾਨੂੰ ਮਨਜ਼ੂਰ ਨਹੀਂਗਾ ਹੋਲਡ, ਸਾਨੂੰ ਤਾਂ ਰੱਦ ਹੀ ਮਨਜ਼ੂਰ ਆ। ਤਾਂ ਹੋਰ ਵੀ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ। ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ, ਔਰ ਇਹ ਕਹਿ ਦਿੱਤਾ ਹੈ ਕਿ ਕਾਨੂੰਨ ਜਿਹੜੇ ਨੇ ਉਹ ਲਾਗੂ ਨਹੀਂ ਹੋਣਗੇ। ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਬਹੁਤ ਚੰਗਾ ਕੀਤਾ ਉਹਨਾਂ ਨੇ, ਲੇਕਿਨ ਇਹ ਆ ਵੀ ਤਾਂ ਸਟੇ ਹੋ ਗਿਆ ਨਾ ਕਾਨੂੰਨਾਂ ਤੇ। ਕਾਨੂੰਨ ਰੱਦ ਕਰਨ ਦਾ ਵੀ ਜਿਹੜਾ ਹੈ ਨਾ ਜ਼ਿੰਮੇਵਾਰੀ ਸੁਪਰੀਮ ਕੋਰਟ ਚੱਕੇ, ਕਿਉਂਕਿ ਇਹ ਤਾਂ ਸਟੇ ਹੋਇਆ ਹੈ ਲੇਕਿਨ ਰੱਦ ਨਹੀਂ ਹੋਏ। ਕਿਸਾਨ ਜਿਹੜੇ ਇੱਥੇ ਬੈਠੇ ਰੱਦ ਕਰਾਉਣ ਲਈ ਬੈਠੇ ਆ ਜਿਹੜੇ ਕਾਨੂੰਨ ਜਿਹੜੇ ਆ, ਔਰ ਕਾਨੂੰਨ ਰੱਦ ਹੋਣ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਆ। ਲੇਕਿਨ ਅਗਲਾ ਸਟੈਪ ਵੀ ਜਿਹੜਾ ਹੈ ਉਹ ਸੁਪਰੀਮ ਕੋਰਟ ਕਰੇ। ਕਾਨੂੰਨ ਲਾਗੂ ਹੋਣ ਤੇ ਰੋਕ ਲਗਾ ਦਿੱਤੀ ਗਈ, ਇਸ ਨੂੰ ਜਿੱਤ ਮੰਨਦੇ ਆ ਜਥੇਬੰਦੀਆਂ? ਇਸ ਨੂੰ ਇਹ 'ਚ 50% ਜਿੱਤ ਹੈਗੀ ਆ, ਲੇਕਿਨ ਇਹਨਾਂ ਕਾਨੂੰਨਾਂ ਨੂੰ ਖਤਮ ਕਰਨ ਤੇ ਪੂਰੀ ਜਿੱਤ ਹੋਊਗੀ। ਅਸੀਂ ਉਦੋਂ ਇੱਥੋਂ ਉੱਠ ਕੇ ਜਾਣਾ ਹੈ ਜਦੋਂ ਟੋਟਲ ਕਾਨੂੰਨ ਜਿਹੜੇ ਆ ਉਹ ਰੱਦ ਹੋ ਜਾਂਦੇ ਆ, ਖਤਮ ਹੋ ਜਾਂਦੇ ਆ। ਇੱਥੇ ਬੀਬੀਆਂ, ਬੱਚੇ, ਬਜ਼ੁਰਗ ਬੈਠੇ ਆ, ਹੱਡ ਚੀਰ ਵੀ ਠੰਡ ਆ। ਲੇਕਿਨ ਅਸੀਂ ਉਦੋਂ ਇੱਥੋਂ ਜਾਣਾ ਜਦੋਂ ਸਾਰੇ ਕਾਨੂੰਨ ਸਰਕਾਰ ਰੱਦ ਕਰ ਦੂ ਜਾਂ ਸੁਪਰੀਮ ਕੋਰਟ ਕਰ ਦੂਗੀ। ਵੈਸੇ ਤਾਂ ਉਸ ਪਾਰਲੀਮੈਂਟ ਤੋਂ ਪਹਿਲਾਂ ਅੰਦੋਲਨ ਜਿਹੜਾ ਉਹ ਨਹੀਂ ਖਤਮ ਹੋਇਆ। ਬਿਲਕੁਲ ਨਹੀਂ ਖਤਮ ਹੋਊਗਾ, ਕੋਈ ਨਹੀਂ ਕਰ ਸਕਦਾ। ਕਿਸਾਨ ਵੱਲੋਂ ਲਗਾਤਾਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਬੱਚੇ, ਬਜ਼ੁਰਗ, ਮਹਿਲਾਵਾਂ ਉਹ ਵਾਪਸ ਚਲੇ ਜਾਣ। ਨਹੀਂ, ਉਹਨਾਂ ਦਾ ਉਹ ਸਹੀ ਉਹਨਾਂ ਦਾ ਕਹਿਣਾ, ਕਿਉਂਕਿ ਉਹ ਸਹੀ ਨੇ ਜਿਹੜੇ ਜੱਜ ਸਾਹਿਬਾਨ ਇਹ ਗੱਲ ਕਹਿੰਦੇ ਆ। ਲੇਕਿਨ ਬੱਚੇ ਜਜ਼ਬਾਤੀ ਹੋ ਕੇ ਬੈਠੇ ਵੀ ਸਾਡੀ ਰੋਟੀ ਖੋ ਰਹੇ ਆ, ਸਾਡੀ ਜ਼ਮੀਨ ਖੋ ਰਹੇ ਆ, ਸਾਡਾ ਭਵਿੱਖ ਖੋ ਰਿਹਾ ਮੋਦੀ, ਔਰ ਇਹਨਾਂ ਤੇ ਬੋਲਾ ਹੋ ਗਿਆ। ਇਸ ਕਰਕੇ ਬੱਚੇ ਦੇ ਬਜ਼ੁਰਗ ਬੀਬੀਆਂ ਜਾਣਾ ਨਹੀਂ ਗੇ ਚਾਹੁੰਦੇ। ਰੋਕ ਲਗਾਣਾ ਤੁਸੀਂ ਅੱਧੀ ਜਿੱਤ ਮੰਨ ਰਹੇ ਹੋ? ਹਾਂ ਬਿਲਕੁਲ, ਇੱਕ ਰੋਕ ਲੱਗ ਗਈ ਆ, ਤਕਰੀਬਨ ਅੱਧੀ ਜਿੱਤ ਹੈ। ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਉਹਨਾਂ ਕਾਨੂੰਨ ਬਣਾਏ ਉਹਨੂੰ ਇੱਕ ਹਿਸਾਬ ਨਾਲ ਉਹਨਾਂ ਨੇ ਕਹਿ ਦਿੱਤਾ ਵੀ ਇਹ ਲਾਗੂ ਨਹੀਂ ਹੋਣਗੇ, ਲੇਕਿਨ ਅਸੀਂ ਰੱਦ ਕਰਾਉਣਾ ਚਾਹੁੰਦੇ ਹਾਂ ਇਹਨਾਂ ਕਾਨੂੰਨਾਂ। ਔਰ ਕਮੇਟੀ ਵੀ ਬਣਾ ਦਿੱਤੀ ਗਈ, ਉਸ ਕਮੇਟੀ ਨੂੰ ਕਿਸ ਤਰੀਕੇ ਨਾਲ? ਕਿਹੜੀ ਕਮੇਟੀ ਇੱਕ ਬਣਾ ਦਿੱਤੀ ਗਈ ਸੁਪਰੀਮ ਕੋਰਟ ਵੱਲੋਂ। ਆਪਣੇ ਹਾਂ, ਉਹ ਚੰਗਾ ਸ਼ੁਭ ਸ਼ਗਨ ਆ, ਚੰਗਾ ਕਮੇਟੀ ਬਣਾਈ ਆ। ਲੇਕਿਨ ਉਹ ਕਮੇਟੀ ਜਿਹੜੀ ਆ ਉਹ ਸੈਂਟਰ ਨੂੰ ਕਹੇ ਕਿ ਕਾਨੂੰਨ ਰੱਦ ਕਰਾਵੇ। ਕਮੇਟੀ ਚੰਗੀ ਆ, ਸੁਪਰੀਮ ਕੋਰਟ ਦਾ ਫੈਸਲਾ, ਪਰ ਉਹ ਕਾਨੂੰਨ ਰੱਦ ਕਰਾਵੇ, ਫਿਰ ਸਾਡਾ ਜਿਹੜਾ ਨਾ ਇੱਥੋਂ ਸੰਘਰਸ਼ ਖਤਮ। ਗੌਰਵ, ਇੱਥੇ ਕਿਸੇ ਨਾਲ ਵੀ ਗੱਲ ਕਰੋ ਉਹ ਇਹੀ ਕਹਿ ਰਹੇ ਨੇ ਕਿ ਅੱਧੀ ਜਿੱਤ ਹੋਈ ਹੈ, ਅੱਧੀ ਜਿੱਤ ਹੋਈ ਹੈ। ਪੂਰੀ ਜਿੱਤ ਉਦੋਂ ਹੀ ਹੋਏਗੀ ਜਦੋਂ ਕਾਨੂੰਨ ਰੱਦ ਹੋਣਗੇ। ਔਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਕਿਸਾਨ ਜਥੇਬੰਦੀਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਰਹਾਂਗੇ ਕਿ ਕਿਸਾਨ ਇਸ ਸਮੇਂ ਕੀ ਕਹਿ ਰਹੇ ਨੇ, ਕੀ ਚਾਹੁੰਦੇ ਨੇ ਸੁਪਰੀਮ ਕੋਰਟ ਦੇ ਇਸ ਵੱਡੇ ਫੈਸਲੇ ਤੋਂ ਬਾਅਦ। ਪਰ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਦੇ ਉੱਤੇ ਬੀਜੇਪੀ ਦੇ ਆਗੂ ਸੁਰਜੀਤ ਜਿਆਣੀ ਜੀ। ਜਿਆਣੀ ਸਾਹਿਬ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ। ਉਮੀਦ ਹੈ ਪੂਰਾ ਦਿਨ ਗੱਲਬਾਤ ਹੁੰਦੀ ਰਹੇਗੀ। ਤੁਹਾਡਾ ਫਰਸਟ ਰਿਐਕਸ਼ਨ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ? ਦੇਖੋ, ਜੇ ਕਮੇਟੀ ਬਣਾਈ ਹੈ, ਸੁਪਰੀਮ ਕੋਰਟ ਦਾ ਫੈਸਲਾ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਇਹਦੇ ਵਿੱਚ ਕੀ ਦੋਰ ਹੈ? ਜੋ ਸੁਪਰੀਮ ਕੋਰਟ ਸਾਡਾ ਸੁਪਰੀਮ ਪਾਵਰ ਹੈ, ਔਰ ਜੋ ਫੈਸਲਾ ਦੇਣ ਉਹਨੂੰ ਸਾਨੂੰ ਨਤਮਸਤਕ ਹੋ ਕੇ ਮੰਨਣਾ ਚਾਹੀਦਾ ਹੈ। ਜਥੇਬੰਦੀਆਂ ਵੀ ਮੰਨੇ, ਸਰਕਾਰ ਵੀ ਮੰਨੇ। ਇਸ ਤੋਂ ਵੱਡੀ ਤਾਂ ਪਾਵਰ ਸਾਡੇ ਕੋਲ ਕੋਈ ਹੈ ਨਹੀਂ। ਇਨਸਾਫ ਦੇ ਦਰਬਾਰ ਦਾ ਇਸ ਤੋਂ ਵੱਡਾ ਕੋਈ ਨਹੀਂ ਦਰਬਾਰ ਹੈ। ਨਹੀਂ ਜਿਆਣੀ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਹੁਣ ਮਸਲਾ ਹੱਲ ਹੋ ਗਿਆ ਜਾਂ ਮਸਲਾ ਹੱਲ ਹੋ ਜਾਏਗਾ? ਗੱਲ ਸੁਣੋ, ਮੈਂ ਤਾਂ ਚਾਹੁੰਦਾ ਸੀ ਉਦੋਂ ਮਸਲਾ ਮੇਰੇ ਚਾਹ ਨਾਲ ਨਾ ਚਾਹ ਨਾਲ ਕੀ ਹੋਏਗਾ। ਇਹ ਤਾਂ ਜਥੇਬੰਦੀਆਂ ਦੀ ਹੈ ਨਾ ਜੀ। ਨਹੀਂ, ਜਥੇਬੰਦੀਆਂ ਕਹਿੰਦੀਆਂ ਕਿ ਕਾਨੂੰਨ ਰੱਦ ਕਰੋ, ਅਸੀਂ ਬਿਨਾਂ ਰੱਦ ਕਰਵਾਏ ਨਹੀਂ ਜਾਣਾ ਵਾਪਸ। ਕਾਨੂੰਨ ਰੱਦ ਕਰੋ ਤਾਂ ਫਿਰ ਦੇਖੋ ਸੁਪਰੀਮ ਕੋਰਟ ਦੇ ਵਿੱਚ ਚਲੀ ਗਈ ਗੱਲ। ਆਪਾਂ ਹੁਣ ਕੀ ਕਹਿ ਸਕਦੇ ਆ ਇਹਦੇ ਵਿੱਚ? ਜੋ ਸੁਪਰੀਮ ਕੋਰਟ ਨੇ ਕਰਨਾ ਹੈ, ਰੱਦ ਕਰਨਾ ਹੈ, ਰੱਖਣਾ ਹੈ, ਇਹਨਾਂ ਦੀ ਗੱਲ ਸੁਣਨੀ ਹੈ, ਸਰਕਾਰ ਦੀ ਸੁਣਨੀ ਹੈ। ਜੋ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਆਪਾਂ ਮੰਨਣਾ ਹੈ। ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਗੱਲ ਚਲੀ ਜਾਂਦੀ ਹੈ ਫਿਰ ਕਿੰਤੂ ਪਰੰਤੂ ਤਾਂ ਕੋਈ ਅੱਛੀ ਨਹੀਂ ਰਹਿ ਜਾਂਦੀ ਜੀ। ਹਾਂ, ਸੁਪਰੀਮ ਕੋਰਟ ਤਾਂ ਹਾਂ ਨਹੀਂ, ਔਰ ਰੱਦ ਕਰਵਾਉਣ ਨੂੰ ਕਹਿ ਰਹੇ ਨੇ। ਦੇਖੋ, ਸੁਪਰੀਮ ਕੋਰਟ ਕਹਿ ਰਿਹਾ ਕਿ ਅਸੀਂ ਤਾਂ ਇਸ ਨੂੰ ਰੋਕ ਸਕਦੇ ਹਾਂ, ਰੋਕ ਦਿੱਤਾ। ਅਸੀਂ ਇਸ ਨੂੰ ਬਿਲਕੁਲ ਅਣਮਿੱਥੇ ਸਮੇਂ ਲਈ ਵੀ ਨਹੀਂ ਰੋਕ ਸਕਦੇ, ਇੱਕ ਟਾਈਮ ਪੀਰੀਅਡ ਦੇ ਲਈ ਅਸੀਂ ਰੋਕ ਸਕਦੇ ਹਾਂ, ਅਗਲੇ ਆਦੇਸ਼ਾਂ ਤੱਕ ਤਾਂ ਉਹਨਾਂ ਨੇ ਰੋਕ ਦਿੱਤਾ ਹੈ। ਪਰ ਉਹ ਕਿਸਾਨ ਜਥੇਬੰਦੀਆਂ ਦਾ ਹੁਣ ਤੱਕ, ਕਿਉਂਕਿ ਮੀਟਿੰਗ ਵੀ ਕੁਝ ਹੀ ਪਲਾਂ ਸ਼ੁਰੂ ਹੋਣ ਵਾਲੀ ਹੈ, ਪਰ ਹੁਣ ਤੱਕ ਜਿਹੜੇ ਕਿਸਾਨ ਨੇ ਉਹ ਇਹੀ ਕਹਿ ਰਹੇ ਨੇ ਕਿ ਅਸੀਂ ਤਾਂ ਜੀ ਜਾਣਾ ਨਹੀਂ, ਅਸੀਂ ਰੱਦ ਕਰਵਾ ਕੇ ਹੀ ਜਾਣਾ। ਫਿਰ ਘੁੰਮ ਕੇ ਗੇਂਦ ਕੇਂਦਰ ਦੇ ਪਾਲੇ ਦੇ ਵਿੱਚ ਆ ਰਹੀ ਹੈ, ਤੁਹਾਡੇ ਪਾਲੇ 'ਚ ਆ ਰਹੀ ਹੈ। ਜੇ ਰੱਦ ਕਰਵਾਉਣਾ ਹੈ ਤੇ ਸੁਪਰੀਮ ਕੋਰਟ 'ਚ ਫੈਸਲਾ ਹੋ ਕੇ ਤੇ ਕਾਨੂੰਨ ਦੇ ਵਿੱਚ ਕਮੀਆਂ ਦੱਸਣਾ ਵੀ ਆਹ ਕਮੀ ਹੈ, ਔਰ ਉਹਨੂੰ ਕਮੀ ਨਜ਼ਰ ਆਊਗੀ। ਸੁਪਰੀਮ ਕੋਰਟ ਤਾਂ ਦੇਖੋ ਸਭ ਇਨਸਾਫ ਤਾਂ ਉੱਥੇ ਮਿਲਦਾ ਤੇ ਉੱਥੇ ਮਿਲ ਜੂ ਇਨਸਾਫ। ਜਾਨੀ ਸਾਹਿਬ, ਹਜੇ ਵੀ ਬਹੁਤ ਗੱਲਾਂ ਸਰਕਾਰ ਦੇ ਹੱਥ 'ਚ ਨੇ। 15 ਤਰੀਕ ਦੀ ਤੁਹਾਡੀ ਮੀਟਿੰਗ ਵੀ ਜਿਹੜੀ ਹੈਗੀ ਹੈ ਉਹ ਹਲੇ ਪੈਂਡਿੰਗ ਪਈ ਹੈ। 15 ਤਰੀਕ ਨੂੰ ਮੀਟਿੰਗ ਹੋਣੀ ਹੈ ਔਰ ਬਹੁਤ ਸਾਰੀਆਂ ਗੱਲਾਂ ਹਜੇ ਵੀ ਸਰਕਾਰ ਦੇ ਹੱਥ 'ਚ ਨੇ, ਕਿਉਂਕਿ ਕੋਰਟ ਨੇ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਸ ਨੂੰ ਖਤਮ ਕਰਨ ਜਾਂ ਨਾ ਕਰਨ ਬਾਰੇ ਹਲੇ ਕੋਈ ਆਰਡਰ ਜਾਰੀ ਨਹੀਂ ਕੀਤੇ, ਕੁਝ ਨਹੀਂ ਕਿਹਾ। ਸੋ ਉਹ ਸਰਕਾਰ ਦੇ ਹੱਥ ਹੈ। ਉਹਨਾਂ ਨੇ ਕਿਹਾ ਕਿ ਅਮਨ ਕਾਨੂੰਨ ਸਰਕਾਰ ਨੇ ਦੇਖਣਾ ਹੈ। ਸੋ ਐਸੇ ਵਿੱਚ ਹਾਲੇ ਸਰਕਾਰ ਦੇ ਕੋਲ ਵੀ ਬਹੁਤ ਕੁਝ ਹੈ। ਜੇ ਤੁਸੀਂ ਵਾਕਈ ਚਾਹੁੰਦੇ ਹੋ ਕਿ ਧਰਨਾ ਪ੍ਰਦਰਸ਼ਨ ਖਤਮ ਕਰਾਇਆ ਜਾਵੇ ਤਾਂ ਸਰਕਾਰ ਵੀ ਉਸ ਤੋਂ ਅੱਗੇ ਜਾ ਕੇ ਵੀ 2 ਕਦਮ ਫੈਸਲਾ ਲੈ ਸਕਦੀ ਹੈ। ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਹੈ। ਸਰਕਾਰ ਨੇ ਕਿਹਾ ਕਾਨੂੰਨ ਚੰਗਾ ਹੈ,
ਔਰ ਇਹਦੇ ਵਿੱਚ ਕੋਈ ਕਮੀ ਹੈ ਉਹ ਕਢਾ ਲਿੱਤੀ ਜਾਵੇ, ਕੱਢਣ ਨੂੰ ਤਿਆਰ ਨੇ। ਔਰ ਅਗਰ ਕਿਸਾਨ ਜਥੇਬੰਦੀਆਂ ਕੋਲ ਕੋਈ ਹੋਰ ਅੱਛੀ ਪ੍ਰਪੋਜ਼ਲ ਹੈ ਔਰ ਕੋਈ ਅੱਛਾ ਮਾਡਲ ਹੈ ਜਿਹਦੇ ਵਿੱਚ ਕਿਸਾਨ ਤਰੱਕੀ ਕਰ ਸਕਣ, ਉਹ ਵੀ ਮੋਦੀ ਸਾਹਿਬ ਨੇ, ਅਮਿਤ ਸ਼ਾਹ ਜੀ ਨੇ, ਸਾਰਿਆਂ ਨੇ ਕਹਿਤਾ ਕਿ ਅਸੀਂ ਕਿਸਾਨ ਦੇ ਵਿੱਚੋਂ ਲਿਆਓ ਤੇ ਅਸੀਂ ਕਾਨੂੰਨ ਜਿੱਤ ਜਿਹੜੀ ਵੀ ਕਾਨੂੰਨ ਜਿੱਤ ਰੱਦ ਕਰੋ। ਆਹ ਕਿਹੜੀ ਜਿੱਤ ਹੈ? ਆਹ ਦੱਸੋ। ਇੰਨੇ ਲੋਕਾਂ ਨੂੰ ਉੱਥੇ ਖਰਾਬ ਕਰਨ ਦਾ ਕਿਸਾਨ ਕਹਿ ਰਹੇ ਨੇ, ਨਹੀਂ ਕਿਸਾਨ ਕਹਿੰਦੇ ਨੇ ਸਰਕਾਰ ਦੀ ਕਿਉਂ ਜ਼ਿੱਦ ਹੈ ਕਿ ਤੁਸੀਂ ਨਹੀਂ ਇਸ ਨੂੰ ਰੱਦ ਕਰਨਾ? ਕਿਸਾਨ ਕਹਿ ਰਹੇ ਨੇ ਕਿ ਦੇਖੋ ਸੁਪਰੀਮ ਕੋਰਟ ਨੇ ਵੀ ਰੋਕਤਾ ਹੁਣ ਤਾਂ। ਦੇਖੋ ਮੇਰੀ ਗੱਲ ਸੁਣੋ ਜੀ, ਕੋਈ ਕਾਨੂੰਨ ਕੋਈ ਅੱਜ ਨਹੀਂ ਬਣੇ, ਅੰਗਰੇਜ਼ਾਂ ਦੇ ਟਾਈਮ ਕਾਨੂੰਨ ਬਣੇ ਆ, ਅੰਬੇਡਕਰ ਜੀ ਨੇ ਬਣਾਏ ਆ, ਜਦੋਂ ਲੋੜ ਪਈ ਅਸੀਂ ਕਾਨੂੰਨ ਬਣਾਏ ਆ। ਕਾਨੂੰਨਾਂ ਵਿੱਚ ਸੋਧ ਹੁੰਦੀ ਆਈ ਹੈ, ਔਰ ਸੋਧ ਹੋ ਕੇ ਕਾਨੂੰਨ ਇੱਕ ਵਿਵਸਥਾ ਹੈ ਤੇ ਵਿਵਸਥਾ ਤਾਂ ਰਹਿਣੀ ਹੈ। ਜੇ ਅਸੀਂ ਜੇਕਰ ਕੋਈ ਚੀਜ਼ ਹੋਰ ਲੈਣੀ ਹੈ ਤਾਂ ਵਿਵਸਥਾ ਤਾਂ ਰਹਿਣੀ ਕਿ ਨਹੀਂ ਰਹਿਣੀ? ਜਾਂ ਤਾਂ ਇਹਨਾਂ ਨੂੰ ਕਹੋ ਦਿਓ ਵੀ ਤੁਸੀਂ ਕੀ ਚਾਹੁੰਦੇ ਹੋ, ਕੀ ਕਿਸਾਨ ਦਾ ਭਲਾ ਹੋਵੇ ਕਿ ਨਹੀਂ ਹੋਵੇ, ਜਾਂ ਤਾਂ ਕਹਿ ਦੇਣ ਕਿਸਾਨ ਦਾ ਭਲਾ ਨਹੀਂ ਚਾਹੁੰਦੇ। ਔਰ ਮੈਂ ਤਾਂ ਬਾਰ-ਬਾਰ ਇਹ ਕਹਿਣਾ ਕਿ ਮੈਂ ਨਿਰੋਲ ਕਿਸਾਨ ਹਾਂ, ਮੈਂ ਅਜੇ ਵੀ ਖੇਤ ਵਿੱਚ ਆਪਦੇ ਪਾਣੀ ਦਵਾ ਰਿਹਾ ਜੀ, ਔਰ ਮੈਂ ਨਿਰੋਲ ਕਿਸਾਨ ਹਾਂ, ਮੇਰਾ ਕਿੱਥੇ ਕੋਈ ਹੋਰ ਨਹੀਂ ਹੈ ਬਿਜ਼ਨਸ ਨਾ ਮੇਰਾ। ਕਿਸਾਨ ਕਹਿੰਦੇ ਨੇ ਸਾਡੀ ਜਿੱਤ ਹੈ, ਹਾਲਾਂਕਿ ਉਹ ਇਸ ਨੂੰ ਅੱਧੀ ਜਿੱਤ ਦੱਸ ਰਹੇ ਨੇ। ਸੁਪਰੀਮ ਕੋਰਟ ਦੇ ਵੱਲੋਂ ਰੋਕ ਲਗਾਇਆ ਜਾਣਾ ਤੁਹਾਨੂੰ ਲੱਗਦਾ ਬੀਜੇਪੀ ਲਈ ਝਟਕਾ, ਸਰਕਾਰ ਲਈ ਝਟਕਾ, ਕੇਂਦਰ ਦੀ ਸਰਕਾਰ ਲਈ ਝਟਕਾ? ਝਟਕਾ ਕਾਹਦਾ ਜੀ? ਫੈਸਲਾ ਮੰਨਣਾ ਹੁੰਦਾ, ਜਵਾਬ ਫੈਸਲਾ ਤਾਂ ਸਰ ਮੰਨਣਾ ਹੀ ਹੈ ਨਾ। ਦੇਖੋ ਸੁਪਰੀਮ ਕੋਰਟ ਨੇ ਤਾਂ ਰੋਕਤਾ, ਤੁਹਾਡੇ ਕਾਨੂੰਨਾਂ ਨੂੰ ਰੋਕਿਆ ਤਾਂ ਹੈ। ਚਲੋ ਝਟਕਾ ਕਾਹਦਾ ਹੁੰਦਾ ਜੀ? ਇਹ ਆਦੇਸ਼ ਹੈ, ਮੰਨਣੇ ਪੈਂਦੇ ਆ। ਕਿਹੜੀ ਗੱਲ ਹੋ ਗਈ? ਝਟਕਾ ਕਾਹਦਾ ਹੁੰਦਾ ਇਹਦੇ ਵਿੱਚ? ਅੱਛਾ, ਮੈਂ ਸ਼ਬਦਾਂ ਦਾ ਅਲੱਗ ਇਸਤੇਮਾਲ ਕਰ ਲੈਣਾ। ਤੁਹਾਨੂੰ ਲੱਗਦਾ ਹੈ ਕਿ ਇਹ ਕਾਨੂੰਨ ਰੋਕ ਕੇ ਕੇਂਦਰ ਦੀ ਸਰਕਾਰ ਦੇ ਫੈਸਲੇ ਨੂੰ ਰੋਕਿਆ, ਜਾਂ ਜੋ ਕੇਂਦਰ ਸਰਕਾਰ ਚਾਹ ਰਹੀ ਸੀ ਉਹ ਨਹੀਂ ਹੋਣ ਦਿੱਤਾ ਸੁਪਰੀਮ ਕੋਰਟ ਨੇ? ਏਪੀ ਸਿੰਘ ਵਕੀਲ ਨੇ ਕਿਸਾਨਾਂ ਦੇ ਪੱਖ ਉੱਥੇ ਪੁੱਛ ਰਹੇ ਸੀ, ਉਹ ਕਹਿੰਦੇ ਕਿ ਦੇਖੋ ਸੁਪਰੀਮ ਕੋਰਟ ਨੇ ਮੰਨ ਲਿਆ ਕਿ ਅਨਕਨਸਟੀਟਿਊਸ਼ਨਲ ਹੈ, ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਹੈ। ਦੇਖੋ ਅਜੇ ਤੱਕ ਆ ਨਹੀਂ ਕਿਹਾ ਹਿੱਤ 'ਚ ਨਹੀਂ ਹੈ। ਇਹ ਵਕੀਲ ਦੀ ਸਟੇਟਮੈਂਟ ਹੈ ਸਰ, ਮੈਂ ਵੀ ਨਹੀਂ ਕਹਿ ਰਿਹਾ। ਵਕੀਲ ਦੀ ਕਹਿੰਦਾ ਹੋਵੇ ਮੈਨੂੰ ਨਹੀਂ ਪਤਾ, ਮੈਂ ਵਕੀਲ ਨਹੀਂ ਆ, ਮੈਂ ਕਿਸਾਨ ਆ। ਅੱਗੇ ਡਿਸਕਸ਼ਨ ਚੱਲਣੀ ਹੈ, ਕਮੇਟੀ ਬਣਨੀ ਹੈ, ਉਹਦੇ ਜੀ ਕੀ ਪੁਆਇੰਟ ਦੇਖਣਾ ਹੈ। ਜਦੋਂ ਕਮੇਟੀ ਕਹੂਗੀ ਕਿ ਵੀ ਇਹ ਨੁਕਸਾਨ ਹੈ ਫਾਇਦਾ ਹੈ, ਉਦੋਂ ਅਸੀਂ ਮੰਨਾਂਗੇ। ਅੱਜ ਤੱਕ ਕੋਰਟ ਨੇ ਕਿਹਾ ਵੀ ਠੀਕ ਹੈ, ਇੰਨਾ ਇਕੱਠ ਹੈ, ਮਾਤਾਵਾਂ ਭੈਣਾਂ ਬਜ਼ੁਰਗ ਬੱਚੇ ਆਏ ਹੋਏ ਨੇ, ਪਰੇਸ਼ਾਨ ਨੇ, ਸਰਕਾਰ ਨੂੰ ਇਹ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣਦੀ ਹੈ। और तो कांग्रेस की जिम्मेवारी नहीं है, किसी और पार्टी की नहीं है। जो सत्ता से होती है, जो सरकार कुर्सी पे बैठी है, गल तो उन्होंने करनी है। अगर कोई अच्छा है, नफा है, उड़ामा है, तो उन्होंने मिलना है। तो ਇਹਦੇ ਵਿੱਚ ਕੀ ਵੱਡੀ ਗੱਲ ਹੈ? ਬੇਸਿਕਲੀ ਜੱਜ ਸਾਹਿਬ ਜਦੋਂ ਸੁਣਵਾਈ ਹੁੰਦੀ ਹੈ ਕੋਰਟ ਦੇ ਵਿੱਚ, ਆਬਜ਼ਰਵੇਸ਼ਨ ਹੁੰਦੀਆਂ ਨੇ, ਕੋਰਟ ਦੀਆਂ ਟਿੱਪਣੀਆਂ ਹੁੰਦੀਆਂ ਨੇ, ਉਹਨਾਂ ਦੇ ਫਿਰ ਵੱਖ-ਵੱਖ ਸੰਦਰਭ ਕੱਢੇ ਜਾਂਦੇ ਆ। ਜਿਹੜੇ ਵਕੀਲ ਬਾਹਰ ਆ ਕੇ ਸਟੇਟਮੈਂਟ ਦਿੰਦੇ ਆ ਨਾ, ਉਹ ਸੰਦਰਭ ਦੇ ਵਿੱਚ ਦਿੰਦੇ ਆ ਕਿ ਜੇ ਕੋਰਟ ਨੂੰ ਕੁਝ ਗਲਤ ਲੱਗਿਆ ਤਾਂ ਹੀ ਉਹਨਾਂ ਨੇ ਰੋਕ ਲਗਾਈ। ਰੋਕ ਲਾ ਕੇ ਫੈਸਲਾ ਕਰਨਾ ਹੁੰਦਾ ਹੈ, ਫੈਸਲਾ ਬਾਅਦ ਚ ਆਉਂਦਾ ਹੈ। ਰੋਕ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ। ਰੋਕ ਵੀ ਚਲੋ ਕਿਸਾਨ ਜਥੇਬੰਦੀਆਂ ਕਹਿੰਦੀਆਂ ਜੇ ਮਾੜਾ ਆਪਾਂ ਰੋਕ ਲਾ ਦਿੰਨੇ ਆ ਤੇ ਆਓ ਆਪਾਂ ਅੱਗੇ ਗੱਲ ਕਰ ਲੈਂਦੇ ਆ, ਅੱਗੇ ਕੀ ਅੱਛਾ ਕੀ ਬੁਰਾ ਰਿਜ਼ਲਟ ਉਹ ਤਾਂ ਅੱਗੇ ਆਣਾ ਹੈ। ਅੱਜ ਕੋਈ ਰਿਜ਼ਲਟ ਨਹੀਂ ਆ ਗਿਆ, ਇਹਦੇ ਵਿੱਚ ਕੋਈ ਗੱਲ। ਪਰ ਇਹ ਜਿਹੜਾ ਕਾਨੂੰਨ ਹੈ ਮੈਨੂੰ ਨਹੀਂ ਸਮਝ ਆਉਂਦੀ, ਇਹ ਗੁੰਬਲ ਗੁੱਸਾ ਪਾਇਆ ਕਿਉਂ ਜਾ ਰਿਹਾ। ਮੈਂ ਕਿਸਾਨ ਆ ਔਰ ਇਹ ਕਾਨੂੰਨ ਦੇ ਵਿੱਚ ਕਿੱਥੇ ਪ੍ਰਤੀਬੰਧਤਾ ਨਹੀਂ, ਕੋਈ ਇਹ ਤਾਂ ਨਹੀਂ ਵੀ ਤੁਸੀਂ ਕੰਟੈਕਟ ਫਾਰਮਿੰਗ ਨਹੀਂ ਕਰੋਗੇ ਤੁਹਾਡੇ ਤੇ ਸਜ਼ਾ ਹੈ ਜਾਂ ਪਲੰਟੀ ਹੈ, ਜਾਂ ਤੁਹਾਨੂੰ ਬਾਹਰ ਵੇਚੋ ਅੰਦਰ ਵੇਚੋ, ਜੇ ਬਾਹਰ ਵੇਚੋਗੇ ਤੇ ਸਜ਼ਾ ਹੈ, ਅੰਦਰ ਵੇਚੋ, ਕੋਈ ਐਸੀ ਗੱਲ ਤਾਂ ਨਹੀਂ ਹੈ। ਕਿੱਥੇ ਬੌਂਡ ਤਾਂ ਕੀਤਾ ਹੀ ਨਹੀਂ ਗਿਆ ਨਾ ਸਰਕਾਰ ਨੇ ਤਾਂ ਇੱਕ ਦੂਜਾ ਰਸਤਾ ਖੋਲ ਦਿੱਤਾ। ਅੱਛਾ ਜੈਨੀ ਸਾਹਿਬ 15 ਦੀ ਮੀਟਿੰਗ ਸਟੈਂਡ ਕਰਦੀ ਹੈ? 15 ਦੀ ਮੀਟਿੰਗ ਦਾ ਮੈਂ ਤਾਂ ਆਪਦੇ ਖੇਤ 'ਚ ਹਾਂ ਜੀ। ਹੁਣ ਪਿੰਡ ਜੋ ਮੀਟਿੰਗ ਰੱਖੀ ਤਾਂ ਸਟੈਂਡ ਕਰੇਗੀ। ਦੇਖੋ ਮੀਟਿੰਗ ਜੋ ਰੱਖੀ ਸਟੈਂਡ ਕਰੇਗੀ, ਉਹ ਤਾਂ ਜਥੇਬੰਦੀਆਂ ਤੇ ਹੈ। ਗੱਲ ਤਾਂ ਅੱਜ ਜਥੇਬੰਦੀਆਂ ਦੀ ਹੈ। ਅੱਜ ਜਥੇਬੰਦੀ ਆਪ ਦਾ ਪ੍ਰੈਸ਼ਰ ਬਣਾ ਕੇ ਜਿਹੜੀ ਗੱਲ ਕਰ ਰਹੀ ਹੈ, ਸਰਕਾਰ ਉਹਦੀ ਗੱਲ ਸੁਣ ਰਹੀ ਹੈ, ਗੱਲ ਸਰਕਾਰ ਮੰਨ ਰਹੀ ਹੈ। ਉਹ ਤਾਂ ਜਥੇਬੰਦੀਆਂ ਨੇ, ਜਥੇਬੰਦੀਆਂ ਜਿਹੜੀ ਗੱਲ ਕਹਿੰਦੀ ਹੈ, ਜਥੇਬੰਦੀਆਂ ਅੱਜ ਜਿਹੜਾ ਉੱਥੇ। ਯਾਨੀ ਸਾਹਿਬ ਇੱਕ ਗੱਲ ਦੱਸੋ, 8 ਮੀਟਿੰਗਾਂ ਹੋ ਚੁੱਕੀਆਂ ਨੇ, 8-9 ਦੌਰ ਦੀ ਗੱਲਬਾਤ ਚੱਲ ਰਹੀ ਹੈ। ਇਹ ਆਪਸ਼ਨ ਤੇ ਸਰਕਾਰ ਕੋਲ ਵੀ ਸੀਗੀ, ਇਹ ਆਪਸ਼ਨ ਤੇ ਸਰਕਾਰ ਕੋਲ ਵੀ ਸੀਗੀ। ਉਸ ਦਿਨ ਤੁਸੀਂ ਕਿਸਾਨਾਂ ਨੂੰ ਕਹਿ ਸਕਦੇ ਸੀ ਵੀ ਅਸੀਂ ਠੀਕ ਹੈ ਜੀ, ਜੇ ਤੁਹਾਨੂੰ ਨਹੀਂ ਪਸੰਦ ਫॉर ਦਾ ਟਾਈਮ ਬੀਇੰਗ ਆਪਾਂ ਰੋਕ ਲਾ ਦਿੰਨੇ ਆ, ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਰਹਿੰਦੇ ਆ, ਲਾਗੂ ਨਹੀਂ ਹੋਣਗੇ, ਫਿਰ ਕੋਰਟ ਤੱਕ ਪਹੁੰਚਣ ਦੀ ਨੌਬਤ ਹੀ ਨਹੀਂ ਆਉਣੀ ਸੀ। ਨਹੀਂ ਸਰਕਾਰ ਨੇ ਤਾਂ ਕਿਹਾ ਸੀ ਕਿ ਜੋ ਤੁਸੀਂ ਇਹਦੇ ਵਿੱਚ ਕਰਨਾ ਚਾਹੋ, ਤੁਹਾਡੀ ਕੋਈ ਹੋਰ ਪ੍ਰਪੋਜ਼ਲ ਹੈ ਕਿਸਾਨ ਇਹਦੇ ਵਿੱਚ ਉਹ ਦੇ ਦਿਓ। ਜੇ ਤੁਸੀਂ ਸਟੇਟ ਵਾਈਜ਼ ਕਰਨੀ ਚਾਹੁੰਦੇ ਹੋ ਤਾਂ ਇਹ ਕਹਿਣਾ ਤਾਂ ਜਥੇਬੰਦੀਆਂ ਨੂੰ ਹੈ ਨਾ। ਨਹੀਂ ਜਾਨੀ ਸਾਹਿਬ ਗੱਲ ਇਹ, ਜੇ ਸਰਕਾਰ ਨੇ ਸਟੇਟ ਵਾਈਜ਼ ਆਪਸ਼ਨ ਦੇਤੀ ਸੀ ਕਿ ਸਟੇਟਾਂ ਤੇ ਛੱਡ ਦਿੰਨੇ ਆਪਾਂ, ਤੇ ਫਿਰ ਸਰਕਾਰ ਇਹ ਵੀ ਆਪਸ਼ਨ ਦੇ ਸਕਦੀ ਸੀ ਕਿ ਆਪਾਂ ਫॉर ਦਾ ਟਾਈਮਿੰਗ ਸਸਪੈਂਡ ਕਰ ਦਿੰਨੇ ਆ, ਅੱਗੇ ਦੇਖ ਲਾਂਗੇ ਗੱਲਬਾਤ ਕਰਕੇ। ਵਿਜੇਪਾਲ ਜੀ ਇਹ ਗੱਲ ਹੈ ਕਿ ਸਰਕਾਰ ਮਤਲਬ ਕਿਸਾਨ ਜਥੇਬੰਦੀਆਂ ਦੇ ਨਾ, ਕਿਸਾਨਾਂ ਦੀ ਵਕਾਲਤ ਜੇ ਜਥੇਬੰਦੀਆਂ ਜਾ ਕੇ ਕਰ ਰਹੀ ਹੈ ਨਾ, ਉਹ ਦੱਸਣ ਨਾ ਵੀ ਅਸੀਂ ਇਹ ਚਾਹੁੰਦੇ ਆ
ਤਾਂ ਸਰਕਾਰ ਨੇ ਤਾਂ ਨਰਿੰਦਰ ਤੋਮਰ ਜੀ ਨੇ ਤਾਂ ਬੜੀਆ ਵਿਸਤਾਰ ਨਾਲ ਕਿਹਾ ਸੀ ਵੀ ਆ ਜਾਓ, ਤੁਹਾਡੇ ਕੋਲ ਨਈ ਪ੍ਰਪੋਜ਼ਲ ਹੈ ਤਾਂ ਦੇ ਦਿਓ, ਜੇ ਤੁਸੀਂ ਕੋਈ ਇਹਦੇ ਵਿੱਚ ਸੋਧ ਕਰਨਾ ਚਾਹੁੰਦੇ ਹੋ ਅਸੀਂ ਸੋਧ ਕਰਨ ਨੂੰ ਤਿਆਰ ਹਾਂ। ਪਰ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹ ਮੈਨੂੰ ਬਸ ਸਿਸਟਮ ਦਾ ਪਤਾ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ। ਨਹੀਂ, ਕੋਰਟ ਨੇ ਵੀ ਤਾਂ ਰੋਕ ਲਾਈ ਹੈ ਨਾ ਜਾਨੀ ਸਾਹਿਬ, ਨਹੀਂ, ਕੋਰਟ ਨੇ ਅੱਜ ਰੋਕ ਲਾਤੀ। ਜੇ ਸਰਕਾਰ ਨੂੰ ਇਸ ਚੀਜ਼ ਦਾ ਪਹਿਲਾਂ ਹੀ ਅੰਦੇਸ਼ਾ ਸੀ, ਸਰਕਾਰ ਨੂੰ ਪਤਾ ਸੀ, ਤੇ ਤੁਸੀਂ ਆਪ ਕਹਿ ਦਿੰਦੇ ਵੀ ਅਸੀਂ ਤਾਂ ਜੀ ਇੱਕ ਵਾਰੀ ਰੋਕ ਦਿੰਨੇ ਆ, ਉਸ ਤੋਂ ਬਾਅਦ ਆਪਾਂ ਗੱਲਬਾਤ ਕਰ ਲੈਂਦੇ ਆ, ਸ਼ਾਇਦ ਹੋਰ ਸੁਖਾਵੇਂ ਮਾਹੌਲ 'ਚ ਗੱਲਬਾਤ ਹੋ ਜਾਂਦੀ ਹੈ ਕਿ ਠੀਕ ਹੈ ਜੀ ਚਲੋ ਸਰਕਾਰ ਨੇ ਇੱਕ ਵਾਰੀ ਰੋਕਤਾ ਤੇ ਹੁਣ ਆਪਾਂ ਅੱਗੇ ਗੱਲਬਾਤ ਨੂੰ ਵਧਾ ਲੈਂਦੇ ਆ। ਸਰਕਾਰ ਨੇ ਤੁਹਾਨੂੰ ਨਹੀਂ ਲੱਗਦਾ? ਤੁਹਾਨੂੰ ਮੈਂ ਨਿੱਜੀ ਤੌਰ ਤੇ ਪੁੱਛਦਾ ਹਾਂ ਜਾਨੀ ਸਾਹਿਬ, ਤੁਸੀਂ ਕਹਿੰਦੇ ਹੋ ਮੈਂ ਕਿਸਾਨ ਹਾਂ, ਤੁਹਾਨੂੰ ਨਿੱਜੀ ਤੌਰ ਤੇ ਮੈਂ ਪੁੱਛਦਾ ਹਾਂ ਵੀ ਜੇ ਅੱਜ ਕੋਰਟ ਨੇ ਰੋਕ ਲਾਤੀ, ਇਸ ਚੀਜ਼ ਦਾ ਅੰਦੇਸ਼ਾ ਕੋਈ ਅੱਜ ਦਾ ਨਹੀਂ, ਇਹ ਤਾਂ ਮਹੀਨੇ ਦਾ ਸੀਗਾ ਵੀ ਕੱਲ ਨੂੰ ਜੇ ਕੋਰਟ 'ਚ ਜਾਏਗਾ ਤੇ ਕੋਰਟ ਉਸ ਤੇ ਰੋਕ ਲਾ ਸਕਦੀ ਹੈ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਤੇ ਫਿਰ ਜੇ ਸਰਕਾਰ ਹੀ ਕਿਸਾਨਾਂ ਨੂੰ ਇਹ ਗੱਲ ਕਹਿ ਦਿੰਦੀ ਕਿ ਜੀ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਫॉर ਦਾ ਟਾਈਮ ਬੀਇੰਗ ਸਸਪੈਂਡ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਅੱਗੇ ਜਿਹੜੀਆਂ ਮੀਟਿੰਗਾਂ ਕਰਨੀਆਂ ਮੀਟਿੰਗਾਂ ਆਪਦੀਆਂ ਕਰੀ ਜਾਂਦੇ ਆ। ਨਹੀਂ, ਸਰਕਾਰ ਨੇ ਜਦੋਂ ਇਹ ਗੱਲ ਕਹਿਤੀ ਵੀ ਕਮੀ ਦੂਰ ਕਰ ਲੋ, ਰੋਕ ਵਾਲੀ ਗੱਲ ਕਹਿ ਰਹੀ, ਮੀਟਿੰਗ ਦਾ ਜਲਦੀ ਮੀਟਿੰਗ ਹੋ ਰਹੀ ਸੀ, ਇਹਨਾਂ ਨੇ ਕਿਹਾ ਜੋ ਇਹਦੀ ਪ੍ਰਪੋਜ਼ਲ ਹੋ ਰਹੀ ਉਹ ਤਾਂ ਆਪਾਂ ਕਰੀਏ। ਇਹ ਤਾਂ ਕਿਸਾਨ ਜਥੇਬੰਦੀਆਂ ਆੜੀਆਂ ਹੋਈਆਂ ਵੀ ਕੈਂਸਲ ਹੀ ਕਰਾਣਾ ਹੈ, ਪਰ ਕੈਂਸਲ ਦਾ ਤੁਕ ਕੀ ਬਣਦਾ ਹੈ? ਕਾਨੂੰਨ ਇੱਕ ਵਿਵਸਥਾ ਹੈ, ਵਿਵਸਥਾ ਵਿੱਚ ਜੋ ਚੀਜ਼ ਮਤਲਬ ਪਾਣੀ ਪਾ ਲੋ, ਕੱਢਣੀ ਕਿਸਾਨ ਜਥੇਬੰਦੀਆਂ ਜਾਨੀ ਸਾਹਿਬ ਉਹਦੀ ਸੰਵਿਧਾਨਿਕ ਆਇਡੈਂਟੀਟੀ ਨੂੰ ਚੈਲੰਜ ਕਰ ਰਹੀਆਂ। ਉਹ ਤਾਂ ਫਿਰ ਪਹਿਲੇ ਫਿਰ ਇਹਨੇ ਲੋਕਾਂ ਨੂੰ ਕਾਹਦੇ ਵਾਸਤੇ ਲੈ ਕੇ ਆਏ? ਉਹਦੀ ਸੰਵਿਧਾਨਿਕ ਆਇਡੈਂਟੀਟੀ ਨੂੰ ਚੈਲੰਜ ਕਰ ਰਹੀਆਂ ਔਰ ਨਾਲ ਉਹਨਾਂ ਨੇ ਕਿਹਾ ਕਿ ਜਿਵੇਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਸਿਰਫ ਆਵਾਜ਼ ਰਾਹੀਂ ਪਾਸ ਕੀਤੇ ਐ, ਐਂ ਕਦੇ ਪਾਸ ਨਹੀਂ ਹੁੰਦੇ, ਉੱਥੇ VOTING ਹੋਣੀ ਚਾਹੀਦੀ ਸੀ, ਬਕਾਇਦਾ ਆਰਗੂਮੈਂਟਸ ਹੋਣੇ ਚਾਹੀਦੇ ਸੀ, ਸਭ ਨੂੰ ਸੁਣਿਆ ਜਾਣਾ ਚਾਹੀਦਾ ਸੀ, ਬਹੁਤ ਕੁਛ ਹੈ। ਤੁਹਾਨੂੰ ਦੱਸੇ ਹੀ ਹੋਣਗੇ ਉਹਨਾਂ ਨੇ ਤਰਕ ਰੋਜ਼ ਤੇ ਤੁਸੀਂ ਮੀਟਿੰਗਾਂ ਕਰਦੇ ਵਿਜੇਪਾਲ ਜੀ। ਕਿਸਾਨ ਬੰਦੀਆਂ ਧੱਕਾ ਕਰ ਰਹੀ ਹੈ, ਜਦੋਂ ਰੈਗੂਲਰ ਮੀਟਿੰਗ ਚੱਲ ਰਹੀ ਹੈ ਇਹ ਆਪਣੇ ਪ੍ਰੋਗਰਾਮ ਲੀਕ ਰਹੇ ਨੇ ਪ੍ਰੈਸ਼ਰ ਹੋਰ ਬਣਾਉਣ ਦੇ, ਕਦੇ ਕੁਛ ਕਦੇ ਕੁਛ, ਇਹ ਕਦੇ ਅੱਜ ਤੱਕ ਮੈਂ ਨਹੀਂ ਦੇਖਿਆ। ਜਦੋਂ ਮੀਟਿੰਗਾਂ ਦਾ ਦੌਰ ਚੱਲਦਾ ਹੈ ਉਦੋਂ ਤੱਕ ਕੁਛ ਕਰਨ ਦੀ ਲੋੜ ਨਹੀਂ ਹੁੰਦੀ, ਜਦੋਂ ਮੀਟਿੰਗ ਟੁੱਟ ਜਾਂਦੀ ਹੈ ਜਾਂ ਕੋਈ ਫੈਸਲਾ ਨਾ ਆਵੇ ਉਹਦੇ ਬਾਅਦ ਗੱਲ ਕਰਨੀ ਹੈ। ਹੁਣ ਜੋ ਕੋਰਟ 'ਚ ਗੱਲ ਚੱਲੀ ਗਈ, ਹੁਣ ਤਾਂ ਸਰਕਾਰ ਦੀ ਗੱਲ ਜਿਹੜੀ ਹੈ ਕੋਰਟ 'ਚ ਹੈ, ਜਥੇਬੰਦੀਆਂ ਕੋਰਟ 'ਚ ਜਾਣ। ਔਰ ਜੇ ਜਥੇਬੰਦੀਆਂ ਕਹਿੰਦੀਆਂ ਕਿ ਸੰਵਿਧਾਨ ਦੇ ਨਾਲ ਜਿਹੜਾ ਹੈ ਖਿਲਵਾੜ ਹੈ, ਸੰਵਿਧਾਨ ਇਹਦੇ ਵਿੱਚ ਡੈਮੇਜ ਕੀਤਾ ਗਿਆ ਹੈ, ਤਾਂ ਸੰਵਿਧਾਨ ਦੀ ਰੱਖਿਆ ਸੁਪਰੀਮ ਕੋਰਟ ਕਰਦੀ ਹੈ ਤੇ ਇਹ ਸੁਪਰੀਮ ਕੋਰਟ ਦੇ ਆਪੇ ਵਕੀਲ ਹੈ, ਫਿਰ ਕਿਉਂ ਕਹਿੰਦੇ ਅਸੀਂ ਸੁਪਰੀਮ ਕੋਰਟ ਨਹੀਂ ਜਾਣਾ? ਉੱਥੇ ਜਾ ਕੇ ਦਲੀਲ ਦੇਣੀ ਚਾਹੀਦੀ ਹੈ। ਜਾਨੀ ਸਾਹਿਬ ਉਹਨਾਂ ਦੇ ਇਤਰਾਜ਼ ਕੀ ਨੇ? ਦੇਖੋ ਜਦੋਂ ਦੋ ਧਿਰਾਂ ਆਪਸ ਦੇ ਵਿੱਚ ਕਿਸੇ ਗੱਲ ਤੇ ਫਸੀਆਂ ਹੁੰਦੀਆਂ ਤਾਂ ਫਿਰ ਸੀਜ਼ ਫਾਇਰ ਜਿਹੜਾ ਹੁੰਦਾ ਹੈ ਉਹ ਦੋਨੇ ਪਾਸਿਓਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਸੀਜ਼ ਫਾਇਰ ਦੋਨੇ ਪਾਸਿਓਂ ਹੋਵੇ। ਜਦੋਂ ਬਿਆਨਬਾਜ਼ੀ ਕਿਸਾਨਾਂ ਦਾ ਇਹ ਗਿਲਾ ਰਿਹਾ, ਤੁਹਾਡੀਆਂ ਮੀਟਿੰਗਾਂ 'ਚ ਵੀ ਉਹਨਾਂ ਨੇ ਗਿਲਾ ਕੀਤਾ ਵੀ ਬਿਆਨਬਾਜ਼ੀ ਬੀਜੇਪੀ ਦੇ ਆਗੂ ਕਰਦੇ ਰਹੇ ਆ ਸਾਡੇ ਖਿਲਾਫ, ਕੋਈ ਖਾਲਿਸਤਾਨੀ ਦੱਸਦਾ ਹੈ, ਕੋਈ ਮਾਓਵਾਦੀ ਦੱਸਦਾ ਹੈ, ਤਾਂ ਫਿਰ ਉਹ ਵੀ ਆਪਣੇ ਪ੍ਰੋਗਰਾਮ ਪੈਰਲਲ ਲਿਖੇ ਗਏ। ਜਾਂ ਤਾਂ ਸੀਜ਼ ਫਾਇਰ ਦੋਨੇ ਪਾਸਿਓਂ ਹੋਵੇ, ਤੁਸੀਂ ਸਮਝਦੇ ਹੋ ਵੀ ਦੋਨੇ ਪਾਸਿਓਂ ਹੋਣੀ ਚਾਹੀਦੀ ਹੈ? ਤੁਸੀਂ ਮੇਰੇ ਬਿਆਨ ਕੱਢ ਲਓ, ਗਰੇਵਾਲ ਦੇ ਬਿਆਨ ਕੱਢ ਲਓ, ਕਦੀ ਅਸੀਂ ਅਬ ਸ਼ਬਦ ਕਿਹਾ? ਅਸੀਂ ਤਾਂ ਇਹ ਕਹਿੰਦੇ ਵੀ ਕਾਨੂੰਨ ਚੰਗੇ, ਅੱਜ ਵੀ ਕਹਿੰਦਾ ਮੈਂ ਤਾਂ ਕਾਨੂੰਨ ਚੰਗੇ ਹੈ। ਮੈਂ ਅੱਜ ਕਹਿੰਦਾ 20 ਸਾਲ ਪਹਿਲੇ ਕਾਨੂੰਨ ਬਣਨੇ ਚਾਹੀਦੇ ਸੀ, ਜੋ ਮੈਂ ਕਹਿੰਦਾ ਕਾਨੂੰਨ ਦੇ ਵਿੱਚ ਕੋਈ ਕਮੀ ਨਹੀਂ, ਕਾਨੂੰਨ ਕਿਸਾਨ ਹਿੱਤ ਵਿੱਚ ਹੈ। ਅੱਜ ਵੀ ਕਹਿੰਦਾ, ਜਦੋਂ ਅਸੀਂ ਇਹ ਗੱਲ ਕਹਿੰਦਾ ਉਹਨਾਂ ਨੂੰ ਐਲਰਜੀ ਹੁੰਦੀ ਹੈ। ਅਸੀਂ ਕਹਿੰਦੇ ਵੀ ਜਥੇਬੰਦੀਆਂ ਫੈਸਲਾ ਕਰਨਾ ਨਹੀਂ ਚਾਹੁੰਦੀਆਂ, ਯਾਰ ਸਾਡਾ ਵੀ ਰਾਈਟ ਹੈ, ਅਸੀਂ ਕੋਈ ਗਲਤ ਨਹੀਂ ਕਰ ਰਹੇ, ਕੋਈ ਗਲਤ ਅਲਫਾਜ਼ ਨਹੀਂ ਬਲਤ ਰਹੇ। ਔਰ ਇਹ ਜਥੇਬੰਦੀਆਂ ਤਾਂ ਗਾਲਾਂ ਤੱਕ ਕੱਢ ਰਹੀ ਹੈ, ਪੁਤਲੇ ਤੱਕ ਸਾੜ ਰਹੀ ਹੈ, ਔਰ ਬੜੇ ਅਫਸਰ ਤੱਕ ਮੀਡੀਆ ਦੇ ਕੈਮਰੇ ਤੋੜ ਰਹੀ ਹੈ, ਮੀਡੀਆ ਨੂੰ ਕੁੱਟ ਰਿਹਾ ਹੈ, ਲੜਕੀ ਨੂੰ ਤਾਂ ਹੀ ਵਿਚਾਰੀ ਇੱਕ ਲੇਡੀਜ਼ ਨੂੰ ਉਹਨੂੰ ਕੁੱਟਤਾ, ਇਹ ਕਿਸੇ ਨੂੰ ਗੋਦੀ ਮੀਡੀਆ ਕਹਿੰਦੇ ਆ, ਕਦੇ ਕਿਸੇ ਨੂੰ ਕੁਝ ਕਹਿੰਦੇ ਆ, ਤੇ ਇਹਨਾਂ ਨੂੰ ਸਭ ਛੂਟ ਹੈ। ਇਹਨਾਂ ਦੇ ਇਹ ਭਾਵੇਂ ਸਾਡੇ ਪੱਥਰ ਮਾਰਨ ਤੇ ਇਹਨਾਂ ਦੀ ਰਾਸ਼ੀ ਸੀ ਵੀ ਨਾ ਕਰੀ, ਅਜੇ ਫੁੱਲ ਮਾਰਦੇ ਆ ਤਾਂ ਹੀ ਦਰਦ ਹੁੰਦਾ ਇਹਨਾਂ ਦੇ। ਨਹੀਂ ਉਹ ਤਾਂ ਦੇਖੋ ਗੱਲ ਤਾਂ ਇਹੀ ਹੈ ਨਾ ਸੁਰਜੀਤ ਜੀ, ਆਪਾਂ ਉਹਦੇ ਉੱਪਰ ਤਾਂ ਨਾ ਡਿਸਕਸ ਕਰੀਏ ਕਿਉਂਕਿ ਉਹ ਹੇਠਲੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਤੇ ਜਾ ਕੇ ਲੋਕ ਕੀ ਕਹਿ ਰਹੇ ਨੇ ਪੱਖ ਦੇ ਵਿੱਚ ਵਿਰੋਧ ਦੇ ਵਿੱਚ, ਉਹ ਤਾਂ ਫਿਰ ਅਲੱਗ ਹੀ ਇੱਕ ਡਿਬੇਟ ਖੜੀ ਹੋ ਜਾਏਗੀ। ਮੈਂ ਵਾਪਸ ਮੀਟਿੰਗ ਵਾਲੇ ਪੁਆਇੰਟ ਦੇ ਉੱਤੇ ਆਣਾ ਕਿਉਂਕਿ ਤੁਸੀਂ ਮੀਟਿੰਗਾਂ ਨੂੰ ਬਹੁਤ ਨੇੜੇ ਤੋਂ ਅਬਜ਼ਰਵ ਕੀਤਾ ਸਾਰਾ ਕੁਝ, ਬੇਸ਼ੱਕ ਤੁਸੀਂ ਹੁਣ ਪੰਜਾਬ ਆ ਗਏ ਹੋ। ਤੁਹਾਨੂੰ ਲੱਗਦਾ ਕਿ 15 ਤਰੀਕ ਦੀ ਮੀਟਿੰਗ, ਜਿਵੇਂ ਮੇਰੇ ਸਹਿਯੋਗੀ ਪੁੱਛ ਰਹੇ ਸੀ ਕਿ ਸਟੈਂਡ ਕਰਦੀ ਹੈ, ਦੇਖੋ ਅਮੈਂਡਮੈਂਟ ਵਾਲਾ ਤਾਂ ਹੁਣ ਮਾਮਲਾ ਹੀ ਖਤਮ ਹੋ ਗਿਆ ਕਿਉਂਕਿ ਅਮੈਂਡਮੈਂਟ ਜੇ ਕਰਵਾਉਣੀ ਹੋ ਤਾਂ ਕਮੇਟੀ ਦੱਸੇਗੀ, ਕਮੇਟੀ ਦੇ ਸਾਹਮਣੇ ਕਿਸਾਨ ਆਪਣਾ ਪੱਖ ਰੱਖ ਦੇਣਗੇ ਜੇ ਉਹਨਾਂ ਨੇ ਅਮੈਂਡਮੈਂਟ ਕਰਵਾਉਣੀ ਹੋਏਗੀ। ਹੁਣ ਤਾਂ ਜੇ 15 ਤਰੀਕ ਦੀ ਮੀਟਿੰਗ ਹੁੰਦੀ ਹੈ ਤਾਂ ਡਾਇਰੈਕਟਲੀ ਇੱਕੋ ਗੱਲ ਹੋਏਗੀ, ਕਾਨੂੰਨ ਰੱਦ ਕਰ ਰਹੇ ਹੋ ਜਾਂ ਨਹੀਂ। ਅਮੈਂਡਮੈਂਟ ਵਾਲਾ ਤਾਂ ਲੱਗਦਾ ਕਿ ਹੁਣ ਖਤਮ ਹੀ ਹੋ ਗਿਆ ਨਾ ਪੂਰਾ ਮਾਮਲਾ। ਕਾਨੂੰਨ ਦੇ ਵਾਸਤੇ ਸਰਕਾਰ ਨੇ ਕਹਿਤਾ ਸੀ ਰੱਦ ਨਹੀਂ ਕਰ ਸਕਦੇ ਜੀ, ਗੱਲ ਮੁੱਕੀ ਨਹੀਂ ਹੁਣ ਜੀ ਕਾਨੂੰਨ ਦਾ ਵਿੱਚ ਦੋ ਟੁਕ ਜਵਾਬ ਦੇਤਾ ਨਹੀਂ ਜੀ ਅਸੀਂ ਰੱਦ ਨਹੀਂ ਕਰ ਸਕਦੇ ਜੀ, ਤਾਂ ਫਿਰ ਗੱਲ ਕੀ ਰਹਿ ਜਾਂਦੀ ਹੈ? आता नहीं, नरेंद्र तोमर जी ने सबने कहता भी कानून रद्द, अमित शाह जी ने कहता भी कानून रद्द नहीं कर सकते, कानून एक संविधान मीटिंग कैंसल समझिए फिर। नहीं मैनू नहीं पता, वो तो तुसी तोमर साहब नू पुछो,
ਉਹਨਾਂ ਨੂੰ ਪੁੱਛੋ ਨਾ ਜੀ। ਨਹੀਂ, ਮੈਂ ਤਾਂ ਜਦੋਂ ਆਪਾਂ ਛੋਟਾ ਦੀ ਗੱਲ ਹੀ ਨਹੀਂ ਹੋਣੀ ਹੈਗੀ, ਕਿਸਾਨ ਕਹਿ ਰਹੇ ਨੇ ਕਿ ਅਸੀਂ ਰੱਦ ਕਰਵਾਣੇ ਨੇ, ਤੁਸੀਂ ਕਹਿ ਰਹੇ ਹੋ ਕਿ ਦੋ ਟੁਕ ਰੱਦ ਨਹੀਂ ਹੋਣੇ, ਫਿਰ ਤਾਂ ਮੀਟਿੰਗ ਲੱਗਦਾ ਨਹੀਂ ਕਿ ਉਸ ਦਾ ਕੋਈ ਮਤਲਬ ਰਹਿ ਜਾਂਦਾ। मैं नहीं कहता जी, तोमर साहब ने कहता, अमित शाह जी ने कहता है कि एक कानून एक व्यवस्था है और व्यवस्था ਦੇ ਵਿੱਚ ਆਪਾਂ ਜੋ ਚੀਜ਼ ਕਰਨੀ ਚਾਹੁੰਦੇ ਆ ਕਰ ਸਕਦੇ ਆ। ਫਿਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿਸਾਨ ਜਥੇਬੰਦੀਆਂ ਜਿੱਦ ਕਿਸੇ ਵਾਸਤੇ ਕਰ ਰਹੀਆਂ ਨੇ ਔਰ ਤਾਲੀਬਾਨ ਫਰਮਾਨ ਇਹ ਕਿਸ ਤਰ੍ਹਾਂ ਦੇ ਰਹੇ ਨੇ ਕਿ ਜਾਣੀ ਹਰਜੀਤ ਸਿੰਘ ਗਰੇਵਾਲ ਦਾ ਬਾਈਕਾਟ ਕਰਦੇ ਆ, ਇਹਨਾਂ ਨੂੰ ਪੰਜਾਬ 'ਚ ਵੜਨ ਨਾ ਦਿਓ, ਇਹਨਾਂ ਨੂੰ ਪੰਜਾਬ 'ਚ ਰਹਿਣਾ ਔਖਾ ਹੋ ਜਾਏ। ਇਹੋ ਜਿਹੀ ਕੋਈ ਗੱਲਾਂ ਇਹਨਾਂ ਦੀਆਂ ਆ ਦੱਸੋ। ਅੱਜ ਇੱਕ ਸਵੇਰੇ ਉਹ ਕਹਿ ਰਿਹਾ ਸੀ ਅਸੀਂ ਜਾਣੀ ਤਾਂ ਪੰਜਾਬ 'ਚ ਸਮਝਾਂਗੇ। ਲੈ ਸਮਝ ਲਓ ਜਿਹਨੇ ਸਮਝਣਾ, ਕਿਹੜੀ ਗੱਲ ਹੋਗੀ। ਅਸੀਂ ਇਹਨਾਂ ਨੇ ਕੀ ਹੈ ਕਿ ਕੋਈ ਗੱਲ ਕਰਦਾ ਹੈ ਇਹ ਮੀਡੀਆ 'ਚ ਕਿਉਂ ਨਹੀਂ ਬੋਲਦਾ? ਮੀਡੀਆ ਬੋਲੇ, ਮੀਡੀਆ ਮੇਰੇ ਨਾਲ ਗੱਲ ਕਰ ਲੈ, ਤੁਸੀਂ ਕਰ ਲਓ, ਤੁਸੀਂ ਦੱਸੋ ਕਾਨੂੰਨ 'ਚ ਇੱਕ ਮਾੜਾ ਕੀ ਹੈ, ਤੁਸੀਂ ਦੱਸ ਦਿਓ। ਸਾਰੇ ਲੀਡਰਾਂ ਤੁਸੀਂ ਗੱਲ ਸੁਣ ਲੈ, ਤੁਸੀਂ ਕਹੋ ਆਵਾਜ਼ ਉਠਾਓ। ਅੱਜ ਕਮੀ ਹਿੰਦੁਸਤਾਨ ਦੇ ਵਿੱਚ ਇਹ ਰਹੇਗੀ ਕਿ ਅੱਛਾ ਬੰਦਾ ਬੋਲਦਾ ਨਹੀਂ ਔਰ ਗਲਤ ਬੰਦਾ ਚੁੱਪ ਨਹੀਂ ਹੁੰਦਾ। जब तक अच्छा बंदा आपकी गल नहीं रखेगा देश तरक्की नहीं करेगा, नहीं करेगा, नहीं करेगा। ये कानून अच्छा है और 1 महीने बाद पब्लिक ਜਿਹੜੀ ਹੈ ਇਹਨਾਂ ਜਥੇਬੰਦੀਆਂ ਤੋਂ ਜਵਾਬ ਮੰਗੇਗੀ ਵੀ ਦੱਸੋ। ਇਹਨਾਂ ਤੋਂ ਜਵਾਬ ਆਣਾ ਨਹੀਂ। ਠੀਕ ਹੈ। ਤੁਹਾਨੂੰ ਅਜੇ ਵੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਇਸ ਦੇ ਪੱਖ ਦੇ ਵਿੱਚ ਨੇ ਉਹ ਨਹੀਂ ਬੋਲ ਰਹੇ, ਇਸ ਕਰਕੇ ਪੂਰਾ ਮਾਮਲਾ ਹੈ? 80% ਲੋਕ ਹੱਕ 'ਚ ਨੇ, 80%। ਨਹੀਂ ਤਾਂ ਫਿਰ ਤੁਹਾਡੀ ਵੀ ਜ਼ਿੰਮੇਵਾਰੀ, ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀਗੇ, ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ। ਜੇਕਰ 80% ਹੈਗੇ ਨੇ, ਤੁਸੀਂ 1%, ਅੱਧਾ % ਕੋਈ ਤਾਂ ਲੈ ਆਓ। 80% ਤਾਂ ਆਬਾਦੀ ਬਹੁਤ ਹੋ ਗਈ ਨਾ ਸਰ ਪੰਜਾਬ ਦੀ, ਤਕਰੀਬਨ 3 ਕਰੋੜ ਦਾ 2.5 ਕਰੋੜ 80% ਹੋ ਗਏ। 2.5 ਕਰੋੜ ਦੇ ਵਿੱਚ ਤੁਸੀਂ 10,000 ਬੰਦੇ ਲੈ ਕੇ ਆਓ ਨਾ ਸਾਹਮਣੇ। ਪਿੰਡਾਂ 'ਚ ਅਸੀਂ ਰਹਿੰਦੇ ਆ ਨਾ ਜੀ। ਜੀ, ਪਿੰਡ 4000 ਦੀ ਆਬਾਦੀ ਹੁੰਦੀ ਹੈ ਪਿੰਡ 'ਚ ਜੀ। 3 ਬੰਦੇ ਹੁੰਦੇ ਆ ਸ਼ੋਰ ਮਚਾਉਣ ਵਾਲੇ, ਉਹ ਸਾਰੇ ਪਿੰਡ ਨੂੰ ਅੱਗੇ ਲਾਈ ਰੱਖਦੇ। ਪਿੰਡ ਬੋਲਦਾ ਨਹੀਂ, ਆਪਣਾ ਕੀ ਲੈਂਦਾ ਆ ਗੱਲ ਹੈ। ਹੋਰ ਬੋਲੋ। ਚਲੋ ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੀਜੇਪੀ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਬੋਲ ਰਹੀ ਹੈ ਉਹ ਵੀ ਗੱਲਬਾਤ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਇੱਕ ਵਾਰ ਫਿਰ ਤੋਂ ਵੱਡੀ ਖਬਰ ਦੇ ਉੱਤੇ ਇੱਕ ਵਾਰ ਫਿਰ ਨਜ਼ਰ, ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਖੇਤੀ ਕਾਨੂੰਨਾਂ ਦੇ ਉੱਤੇ। ਜਿਹੜੇ ਹੁਣੇ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਬਹੁਤ ਸਾਰੀਆਂ ਅੱਜ ਮੁੜ ਤੋਂ ਟਿੱਪਣੀਆਂ ਕੀਤੀਆਂ ਨੇ ਤੇ ਇਸ ਵਿਚਾਲੇ ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਤਿੰਨੇ ਖੇਤੀ ਕਾਨੂੰਨਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ। ਤਿੰਨੇ ਖੇਤੀ ਕਾਨੂੰਨ ਇੰਪਲੀਮੈਂਟ ਨਹੀਂ ਹੋਣਗੇ, ਲਾਗੂ ਨਹੀਂ ਹੋਣਗੇ, ਉਹਨਾਂ ਦੇ ਆਪਰੇਸ਼ਨਸ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਰੋਕ ਲਗਾਈ ਗਈ ਹੈ। ਤਾਂ ਦੂਜਾ ਜਿਹੜਾ ਪੁਆਇੰਟ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਇੱਕ ਕਮੇਟੀ ਬਣਾ ਦਿੱਤੀ ਗਈ ਹੈ, 4 ਮੈਂਬਰੀ ਕਮੇਟੀ ਹੈ। ਉਸ ਕਮੇਟੀ ਦੇ ਵਿੱਚ ਜਿਹੜੇ ਆਗੂ ਜਾਂ ਜਿਹੜੇ ਕਹੀਏ ਕਿ ਮੈਂਬਰ ਨੇ, ਉਹ ਕਮੇਟੀ ਦੇ ਮੈਂਬਰ ਪੂਰਾ ਹੁਣ ਦੇਖਣਗੇ। ਦਰਅਸਲ ਸੁਪਰੀਮ ਕੋਰਟ ਨੇ ਅੱਜ ਦੀ ਸੁਣਵਾਈ ਦੇ ਦੌਰਾਨ ਇਹ ਵੀ ਕਿਹਾ ਕਿ ਅਸੀਂ ਕੋਈ ਕਮੇਟੀ ਵਿਚੋਲਗੀ ਵਾਸਤੇ ਨਹੀਂ ਬਣਾ ਰਹੇ, ਅਸੀਂ ਕਮੇਟੀ ਬਣਾ ਰਹੇ ਹਾਂ ਤਾਂ ਕਿ ਜ਼ਮੀਨੀ ਹਕੀਕਤ ਪਤਾ ਲੱਗ ਸਕੇ। ਤਾਂ ਇੱਕ ਵਾਰ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਕਿ ਕੀ ਕੁਝ ਨਾਮ ਨੇ ਜਿਹੜੇ ਕਮੇਟੀ ਮੈਂਬਰਸ ਹੈਗੇ ਨੇ। ਉਹ ਕਮੇਟੀ ਮੈਂਬਰਸ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਇਸ ਕਮੇਟੀ ਦੇ ਵਿੱਚ ਰੱਖਿਆ ਗਿਆ ਹੈ, ਕਿਉਂਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਮੈਂਬਰ ਹੋਣਗੇ ਅਸੀਂ ਦੱਸਾਂਗੇ ਕਿਹੜੇ ਮੈਂਬਰ ਹੋਣਗੇ, ਕੋਈ ਆਪਣਾ ਸੁਝਾਅ ਨਹੀਂ ਦੇਗਾ। ਤਾਂ ਭੁਪਿੰਦਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ, ਉਹਨਾਂ ਨੂੰ ਰੱਖਿਆ ਗਿਆ। ਡਾਕਟਰ ਪ੍ਰਮੋਦ ਕੁਮਾਰ ਜੋਸ਼ੀ ਇੰਟਰਨੈਸ਼ਨਲ ਪਾਲਿਸੀ ਹੈਡ ਨੇ, ਅਸ਼ੋਕ ਗੁਲਾਟੀ ਤੇ ਅਨਿਲ ਧਨਵੰਤ, ਇਹਨਾਂ ਨੂੰ ਰੱਖਿਆ ਗਿਆ ਜੋ ਇਸ ਕਮੇਟੀ ਦੇ ਵਿੱਚ ਹੋਣਗੇ। 4 ਮੈਂਬਰ ਇਸ ਕਮੇਟੀ ਦੇ ਵਿੱਚ ਰੱਖੇ ਗਏ ਨੇ, ਰੋਕ ਲਗਾਈ ਗਈ ਹੈ। ਵੱਖ-ਵੱਖ ਥਾਵਾਂ ਤੋਂ ਅਸੀਂ ਪ੍ਰਤੀਕਰਮ ਲੈ ਰਹੇ ਹਾਂ। ਕਿਸਾਨਾਂ ਦਾ ਕੀ ਕਹਿਣਾ ਹੈ, ਕਿਸਾਨ ਇਸ ਫੈਸਲੇ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਨੇ ਔਰ ਅੱਗੇ ਦੀ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੈ, ਰਣਨੀਤੀ ਹੈ, ਉਹ ਕਿਸ ਤਰੀਕੇ ਦੀ ਹੋ ਸਕਦੀ ਹੈ। ਅੰਮ੍ਰਿਤਸਰ ਚੱਲਦੇ ਹਾਂ, ਅਮਿਤ ਸ਼ਰਮਾ ਸਾਡੇ ਸਹਿਯੋਗੀ ਜੁੜ ਰਹੇ ਨੇ। ਅਮਿਤ, ਕਿਸ ਤਰ੍ਹਾਂ ਦੇ ਰਿਐਕਸ਼ਨ ਆ ਰਹੇ ਨੇ ਅਗਰ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੋਵੇ ਤਾਂ? ਜੀ ਵਿਜੇ, ਬਿਲਕੁਲ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਫੈਸਲਾ ਲਿੱਤਾ ਗਿਆ ਹੈ, ਕਿਉਂਕਿ ਕਿਸਾਨਾਂ ਨੂੰ ਇਸ ਫੈਸਲੇ ਦੀ ਬੜੀ ਦੇਰ ਤੋਂ ਜ਼ਰੂਰਤ ਸੀ। ਅਸੀਂ ਇਸ ਵੇਲੇ ਰਾਜ ਸਭਾ ਮੈਂਬਰ ਜਿਹੜੇ ਸ਼ਵੇਤ ਮਲਿਕ ਉਹਨਾਂ ਦੇ ਘਰ ਦੇ ਬਾਹਰ ਖੜੇ ਆ, ਜਿੱਥੇ ਕਿਸਾਨ ਵੀ ਮੌਜੂਦ ਆ। ਅਸੀਂ ਉਹਨਾਂ ਕੋਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ 104 ਦਿਨਾਂ ਤੋਂ ਲਗਾਤਾਰ ਜਿਹੜੇ ਕਿਸਾਨ ਹੈ, ਰਾਜ ਸਭਾ ਮੈਂਬਰ ਜਿਹੜੇ ਸ਼ਵੇਤ ਮਲਿਕ ਹੈ ਬੀਜੇਪੀ ਦੇ, ਉਹਨਾਂ ਦਾ ਘਰ ਦਾ ਘਿਰਾਵ ਕਰਕੇ ਖੜੇ ਨੇ। ਉਹਨਾਂ ਨਾਲ ਗੱਲ ਕਰਾਂਗੇ। ਸਰ, ਅੱਜ ਸੁਪਰੀਮ ਕੋਰਟ ਨੇ ਜਿਹੜੇ ਖੇਤੀ ਕਾਨੂੰਨ ਹੈ ਕਿ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ, ਉਹਨਾਂ ਤੇ ਰੋਕ ਲਗਾ ਦਿੱਤੀ ਹੈ ਅਤੇ ਨਾਲ ਹੀ 4 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਕੀ ਲੱਗਦਾ ਹੈ ਕਿੰਨਾ ਕੁ ਤੁਹਾਡੇ ਲਈ ਫਾਇਦੇਮੰਦ ਹੋਏ? ਮੈਂ ਪ੍ਰਕਾਸ਼ ਸਿੰਘ ਸੋਥੀਆਂ, ਕਿਰਤੀ ਕਿਸਾਨ ਯੂਨੀਅਨ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰੈਸ ਸੈਕਟਰੀ। ਅਸੀਂ ਇਹਦੇ ਬਾਰੇ ਚਰਨਾ ਕਹਿਣਾ ਚਾਹੁੰਦੇ ਹਾਂ ਵੀ ਵੇਖੋ, ਇੱਕ ਤੇ ਇਹ ਤੇ ਕਾਨੂੰਨ ਗਲਤ ਸੀਗੇ ਪਹਿਲਾਂ ਤੋਂ ਹੀ। ਸੁਪਰੀਮ ਕੋਰਟ ਦਾ ਕੱਲ੍ਹ ਵੀ ਫੈਸਲਾ ਆ ਗਿਆ ਸੀ। ਅਸੀਂ ਸ਼ੁਰੂ ਤੋਂ ਹੀ ਲਗਭਗ ਜਦੋਂ ਤੋਂ ਇਹ ਸਰਕਾਰ ਲੈ ਕੇ ਆਈ ਸੀ, ਅਸੀਂ ਉਦੋਂ ਤੋਂ ਰੌਲਾ ਪਾ ਰਹੇ ਸਾਂ ਵੀ ਇਹ ਕਾਨੂੰਨ ਗਲਤ ਆ
ਇਹ ਕਿਸਾਨਾਂ ਦੇ ਹਿੱਤ 'ਚ ਨਹੀਂ ਹੈਗੇ, ਇਸ ਕਰਕੇ ਅਸੀਂ ਚਾਹੁੰਦੇ ਨਹੀਂ ਇਹ ਕਾਨੂੰਨ। ਤੇ ਅੱਜ ਤੱਕ ਜੇ ਹੁਣ ਸੁਪਰੀਮ ਕੋਰਟ ਨੇ ਵੀ ਇਹ ਫੈਸਲਾ ਦੇ ਦਿੱਤਾ ਆ ਤੇ ਠੀਕ ਹੈ, ਇਹ ਵਧੀਆ ਗੱਲ ਆ, ਪਰ ਉਹਦੇ ਨਾਲ ਇਹ ਵੀ ਆ ਵੀ ਅਜੇ ਤੱਕ ਸੁਪਰੀਮ ਕੋਰਟ ਨੇ ਸਿਰਫ ਇਹਨਾਂ ਕਾਨੂੰਨਾਂ ਨੂੰ ਨਾ ਲਾਗੂ ਕਰਨ ਵਾਸਤੇ ਹੀ ਕਿਹਾ ਵਾ, ਉਹਨਾਂ ਨੂੰ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਵਾਪਸ ਲਓ। ਤੇ ਇਸ ਕਰਕੇ ਜਦ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਜਿਹੜੇ ਆਪਣੇ ਬਣਾਏ ਵਾਪਸ ਨਹੀਂ ਲੈਂਦੀ, ਤਦ ਤੱਕ ਜਿਹੜੇ ਸਾਡੇ ਆ ਸੰਘਰਸ਼ ਜਿਹੜਾ ਇਹ ਜਾਰੀ ਰਹੇਗਾ। ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਗਾਈ ਆ ਖੇਤੀ ਕਾਨੂੰਨਾਂ ਤੇ ਕਿ ਅਗਲੇ ਹੁਕਮਾਂ ਤੱਕ ਖੇਤੀ ਕਾਨੂੰਨਾਂ ਦੇ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੋ ਪਾਉਂਦੇ। ਠੀਕ ਹੈ ਜੀ, ਇਹ ਗੱਲ ਅਗਲੇ ਹੁਕਮਾਂ ਤੱਕ ਉਹ ਤੇ ਮਤਲਬ ਸਟੇ ਹੀ ਆ ਜੇ ਹਾਲ ਦੀ ਕਰੀ ਫਾਰ ਬੀਇੰਗ ਟਾਈਮ, ਇਹਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਗਿਆ ਜੀ। ਸਾਡਾ ਘੋਲ ਕਾਨੂੰਨ ਵਾਪਸ ਲੈਣ ਤੱਕ ਚੱਲਣਾ ਜੀ। ਜਿਹੜੀ 4 ਮੈਂਬਰੀ ਕਮੇਟੀ ਜ਼ਮੀਨੀ ਹਕੀਕਤ ਜਿਹੜੀ ਲੋਕਾਂ ਤੱਕ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਕੀ ਲੱਗਦਾ ਕਿ 4 ਮੈਂਬਰੀ ਕਮੇਟੀ ਉਸ ਜ਼ਮੀਨੀ ਹਕੀਕਤ ਨੂੰ ਸਾਹਮਣੇ ਲਿਆ ਪਾਏਗੀ? ਨਹੀਂ ਜੀ, 4 ਮੈਂਬਰੀ ਕਮੇਟੀ ਨਹੀਂ ਲਿਆ ਸਕਦੀ। ਸਾਡੀ ਪੂਰੀ ਟੀਮ ਜਿਹੜੀ ਹੈ ਪੂਰੀ ਦੀ ਪੂਰੀ ਉੱਥੇ ਜੋ ਫੈਸਲਾ ਕਰੇਗੀ ਉਹ ਕਰ ਸਕਦੀ। 4 ਮੈਂਬਰੀ ਟੀਮ ਕੁਝ ਨਹੀਂ ਉੱਥੇ ਕਰ ਸਕਦੀ। ਬਾਕੀ ਜਿਹੜਾ ਇਹਨਾਂ ਰੋਕਥਾਮ ਲਾਈ ਹੈ ਕੇਂਦਰ ਨੇ ਜੀ ਨੇ ਸੁਪਰੀਮ ਕੋਰਟ ਨੇ, ਉਹਦੇ ਵਿੱਚ ਸਾਨੂੰ ਜਿਹੜੀ ਖੁਸ਼ੀ ਨਹੀਂ ਹੈਗੀ। ਜਿੰਨੀ ਦੇਰ ਤੱਕ ਇਹ ਕਾਨੂੰਨ ਵਾਪਸ ਨਹੀਂ ਸਰਕਾਰ ਲੈਂਦੀ, ਉਨੀ ਦੇਰ ਤੱਕ ਸਾਨੂੰ ਇਹ ਟੌਪ ਦੀ ਕੋਈ ਖੁਸ਼ੀ ਨਹੀਂ ਹੈ। ਤੇ ਲਗਾਤਾਰ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਸਾਡੇ ਧਰਨੇ ਉਨੀ ਦੇਰ ਤੱਕ ਜਾਰੀ ਰਹਿਣਗੇ ਜਿੰਨੀ ਦੇਰ ਤੱਕ ਸਰਕਾਰ ਇਹਨੂੰ ਵਾਪਸ ਨਹੀਂ ਲੈਂਦੀ। ਕੀ ਲੱਗਦਾ ਕਿ ਕੁਝ ਹੱਦ ਤੱਕ ਤੁਹਾਡੇ ਜਿਹੜਾ ਇੱਕ ਰੋਸ਼ ਹੀ ਮਨ 'ਚ ਉਸ ਹੱਦ ਤੱਕ ਉਸ ਰੋਸ਼ ਨੂੰ ਥੋੜਾ ਥੰਮ ਪਈ ਹੈ, ਕਿਉਂਕਿ ਸੁਪਰੀਮ ਕੋਰਟ ਦੁਆਰਾ ਇੰਪਲੀਮੈਂਟ ਨਹੀਂ ਹੋ ਪਾਉਣਗੇ ਕਾਨੂੰਨ, ਕਿਉਂਕਿ ਅੱਗੇ ਇੰਪਲੀਮੈਂਟ ਹੋ ਗਏ ਸੀ ਲੇਕਿਨ ਹੁਣ ਇੰਪਲੀਮੈਂਟ ਨਹੀਂ ਹੋ ਪਾਉਂਦੇ। ਨਹੀਂ, ਇਹ ਤਾਂ ਗੱਲ ਠੀਕ ਹੈ, ਬਾਕੀ ਇਹ ਹੋ ਸਕਦਾ ਸਰਕਾਰ ਦੀ ਇੱਕ ਸਾਜ਼ਿਸ਼ ਵੀ ਹੋਵੇ, ਕਿਉਂਕਿ ਸਰਕਾਰ ਤੇ ਦਬਾਅ ਬਣ ਰਿਹਾ ਸੀ ਪੂਰੀ ਤਰ੍ਹਾਂ 4 ਫੇਰੋਂ। ਇਹ ਕੋਈ ਬਹਾਨਾ ਲਾ ਰਹੀ ਆ। ਅਸੀਂ ਤੇ ਜਿਹੜੀਆਂ ਸੁਪਰੀਮ ਕੋਰਟਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਰਕਾਰਾਂ ਦੀਆਂ ਕਠਪੁਤਲੀਆਂ ਸਮਝਦੇ ਆ। ਜਿਵੇਂ ਸਰਕਾਰਾਂ ਚਾਹੁੰਦੀਆਂ ਨਾ ਕੋਈ ਉਹੋ ਜਿਹੇ ਫੈਸਲੇ ਕਰਵਾ ਲੈਂਦੀਆਂ, ਤੇ ਜੇ ਹੁਣ ਇਹਨੇ ਕੋਈ ਇਹੋ ਜਿਹਾ ਫੈਸਲਾ ਕਰਵਾਇਆ ਵੀ ਆ ਤੇ ਸਮਝ ਲਾਂਗੇ ਆਪਣੀ ਜਾਨ ਬਚਾਉਣ ਵਾਸਤੇ ਕਰਵਾਇਆ। ਸਾਡੀ ਜਿਹੜੀ ਮੁੱਖ ਮੰਗ ਹੈ ਇੱਕੋ ਇੱਕ ਹੈ, ਘੋਲ ਵਾਪਸ ਔਰ ਪੂਰੀ ਤਰ੍ਹਾਂ 100% ਲਈ ਘੋਲ ਜਿਹੜੇ ਹੈਗੇ ਆ ਬਿੱਲ ਉਹ ਕਾਨੂੰਨ ਵਾਪਸ ਲੈ ਜਾਣ ਜਿਹੜੇ ਖੇਤੀਬਾੜੀ ਸੰਬੰਧੀ ਆ। ਬਿਲਕੁਲ, ਖੇਤੀਬਾੜੀ ਦੇ ਕਾਨੂੰਨ ਵਾਪਸ ਲਏ ਜਾਣ ਉਦੋਂ ਤੱਕ ਜਿਹੜਾ ਪ੍ਰਦਰਸ਼ਨ ਜਾਰੀ ਰਹੇਗਾ, ਕਿਉਂਕਿ ਇੱਕ ਦਬਾਅ ਜਿਹੜਾ ਕਿਸਾਨਾਂ ਦਾ ਮੰਨਣਾ ਕਿ ਇੱਕ ਦਬਾਅ ਜਿਹੜਾ ਬਣਾਇਆ ਗਿਆ ਹੈ ਸਰਕਾਰ ਦੇ ਉੱਪਰ, ਤੇ ਸਰਕਾਰ ਉਸ ਦਬਾਅ ਦੇ ਹੇਠਾਂ ਇਸ ਵੇਲੇ ਪੂਰੀ ਦੱਬੀ ਹੈ। ਤੇ ਹੋ ਸਕਦਾ ਕਿ ਉਹਨਾਂ ਦਾ ਫੈਸਲਾ ਜਿਹੜਾ ਇਸ ਫੈਸਲੇ ਦਬਾਅ ਲਈ ਫੈਸਲਾ ਲਿੱਤਾ ਗਿਆ ਹੈ, ਸੋ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਹੜੇ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਨੇ, ਇਸ ਨੂੰ ਜਦੋਂ ਤੱਕ ਰੱਦ ਨਹੀਂ ਕੀਤਾ ਜਾਏਗਾ ਉਹਨਾਂ ਦਾ ਲਗਾਤਾਰ ਧਰਨਾ ਜਾਰੀ ਰਹੇਗਾ। ਜੀ ਵਿਜੇ। ਤਾਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਲਗਾਤਾਰ ਜੋ ਜ਼ਿਕਰ ਹੋ ਰਿਹਾ ਹੈ, ਜੋ ਜ਼ਿਕਰ ਕਿਸਾਨ ਜਥੇਬੰਦੀਆਂ ਇਸ ਸਮੇਂ ਕਰ ਰਹੀਆਂ ਨੇ, ਬਹੁਤ ਜ਼ਰੂਰੀ ਸਮਝਣਾ ਵੀ, ਕਿਉਂਕਿ ਦੂਜੇ ਪਾਸੇ ਮੀਟਿੰਗਾਂ ਦਾ ਦੌਰ ਕਿਸਾਨ ਜਥੇਬੰਦੀਆਂ ਦਾ ਵੀ ਜਾਰੀ ਰਹੇਗਾ। ਉਸ ਤੋਂ ਬਾਅਦ ਉਹ ਕਲੀਅਰ ਹੋਏਗਾ ਕਿ ਜਥੇਬੰਦੀਆਂ ਅੱਗੇ ਦਾ ਫੈਸਲਾ ਕੀ ਕਰਦੀਆਂ ਨੇ। ਵੱਡੀ ਖਬਰ ਦੇ ਉੱਤੇ ਲਗਾਤਾਰ ਅਸੀਂ ਬਣੇ ਹੋਏ ਹਾਂ, ਖਾਸ ਤੌਰ ਤੇ ਸੁਪਰੀਮ ਕੋਰਟ ਦੇ ਵੱਲੋਂ ਲਗਾਈ ਗਈ ਰੋਕ ਤੋਂ ਬਾਅਦ ਹੁਣ ਨਜ਼ਰਾਂ ਕਿਸਾਨਾਂ ਦੇ ਉੱਤੇ ਨੇ ਕਿ ਕਿਸਾਨ ਕੋਈ ਮੀਟਿੰਗ ਕਰਕੇ ਵੱਡਾ ਫੈਸਲਾ ਕਰਦੇ ਨੇ ਕਿ ਠੀਕ ਹੈ ਕਾਨੂੰਨ ਤਾਂ ਰੱਦ ਨਹੀਂ ਹੋਏ ਪਰ ਫਿਲਹਾਲ ਰੋਕ ਤਾਂ ਜ਼ਰੂਰ ਦਿੱਤੇ ਗਏ ਨੇ, ਯਾਨੀ ਕਿ ਇੰਪਲੀਮੈਂਟ ਤਾਂ ਨਹੀਂ ਹੋਣ ਜਾ ਰਹੇ। ਤਾਂ ਉਸ ਤੋਂ ਬਾਅਦ ਕੋਈ ਵੱਡਾ ਫੈਸਲਾ ਕਰਦੇ ਨੇ ਜਾਂ ਨਹੀਂ ਕਰਦੇ, ਇਹ ਥੋੜੀ ਦੇਰ ਦੇ ਵਿੱਚ ਕਲੀਅਰ ਹੋਏਗਾ। ਪਰ ਹੁਣ ਤੱਕ ਜਿਹੜੇ ਬਿਆਨ ਸਾਹਮਣੇ ਆਏ ਨੇ ਉਸ ਦੇ ਵਿੱਚ ਕਿਸਾਨ ਆਗੂਆਂ ਨੇ ਇਹੀ ਕਿਹਾ ਕਿ ਰੱਦ ਹੋਣ ਤੱਕ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ। ਇਸ ਦਾ ਮਤਲਬ ਇਹ ਵੀ, ਹਾਲਾਂਕਿ ਉਹਨਾਂ ਦੀ ਮੀਟਿੰਗ ਦੇ ਵਿੱਚ ਉਹ ਕੀ ਕੁਝ ਫੈਸਲਾ ਕਰਦੇ ਨੇ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ। ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਨਜ਼ਰ, ਤੇ ਦੂਜੀ ਨਜ਼ਰ ਕਿਸਾਨਾਂ ਦੀ ਮੀਟਿੰਗ ਦੇ ਉੱਤੇ, ਕਿਸਾਨਾਂ ਦੇ ਬਿਆਨਾਂ ਦੇ ਉੱਤੇ ਨਜ਼ਰ ਹੈ। ਇੱਕ ਇੱਕ ਕਰਕੇ ਕਿਸਾਨਾਂ ਦੇ ਬਿਆਨ ਵੀ ਸਾਡੇ ਕੋਲ ਆਉਣੇ ਸ਼ੁਰੂ ਹੋ ਚੁੱਕੇ ਨੇ, ਉਹ ਤੁਹਾਨੂੰ ਸੁਣਵਾਉਂਦੇ ਹਾਂ। ਸਾਡੇ ਨਾਲ ਜਿਹੜੀ ਇਸ ਸਮੇਂ ਸਾਡੇ ਕੋਲ ਬਿਆਨ ਪਹੁੰਚਿਆ ਕਿਸਾਨ ਜਥੇਬੰਦੀ ਦਾ, ਉਹ ਸੁਣਵਾਉਂਦੇ ਹਾਂ ਤੁਹਾਨੂੰ। ਰਾਕੇਸ਼ ਟਿਕੈਤ ਕੀ ਕੁਝ ਕਹਿ ਰਹੇ ਨੇ ਸੁਪਰੀਮ ਕੋर्ट ਦੇ ਇਸ ਫੈਸਲੇ ਤੋਂ ਬਾਅਦ, ਉਹ ਸੁਣਵਾਉਂਦੇ। ये है कि चर्चा करके और इसका हमको क्या डिसीजन हमको लेना है इसमें वो हम बता देंगे जी। हाँ, कोर्ट ने तो रोक तो लगाई थी ना। तो ये पहली जीत इसे कहें किसानों की कहीं ना कहीं सुप्रीम कोर्ट से मिली है? नहीं, अभी इसे जीत का नाम नहीं दे सकते। देखो बिल वापसी नहीं, घर वापसी नहीं, ट्रिपल कैप पे बंदूक का पहरा है जी। हाँ राकेश टिकैत जी, यहाँ पर रोक लगा दी है जी। यहाँ पर जो है यहाँ पर जो कानून है उस पर फिलहाल सुप्रीम कोर्ट ने रोक लगा दी है। किस तरीके नहीं, कितने दिन के लिए? फिलहाल रोक लगाई है, फिलहाल अभी कोई समझ। हाँ तो चलो ठीक है, अपना आंदोलन तो जारी रहेगा ना, आंदोलन जारी रहेगा। किस तरीके से आप देख रहे हैं इस पूरे मामले को? देख रहे वहाँ पे लीगल जो कमेटी होगी उससे बात करेंगे कि क्या हुआ है। कानून को लगातार आप लोग ये कह रहे थे कि कानून को खत्म करने की बात कर रहे थे, लेकिन हमारा वही है हमारा कि कानून खत्म हो। सेहत और लोगों की सलामती और लोगों की सुरक्षा के लिए सामने आया। ये निश्चित तौर से नेतृत्व जब मजबूत होता है और नेतृत्व की मजबूत इच्छा शक्ति होती है तो इस तरह के परिणाम आते हैं।
ये केवल पहले प्रयास और आज परिणाम। तो इसलिए जो है वो एक बहुत बड़ा देश के लिए उपलब्धि है और देश के लोगों के लिए बहुत ही इत्मीनान की बात है। सर, सोनिया गांधी से बात कर रही है और ज्वाइंट स्ट्रेटजी फार्म लॉज को लेकर बना रहा है अपोजिशन, जिससे भी सरकार। देखिए, पहली बात यह है कि कृषकों के लिए, कृषि के लिए पार्लियामेंट में बहुत बार चर्चा भी हुई है, बहस भी हुई, और फिर भी अगर विपक्ष चाहेगा और चेयरमैन साहब और स्पीकर साहब चाहेंगे तो फिर बहस हो सकती है, उसमें कोई दिक्कत नहीं है। लेकिन कांग्रेस जो विशेष तौर से कहती है कि हम ही अकेले विपक्ष हैं, तो उनको ये भी बताना पड़ेगा कि 50 सालों में उन्होंने कृषकों के लिए, देश की कृषि के लिए क्या किया। कांग्रेस पार्टी जो है वो केवल जो है वो 2 बैलों की जोड़ी के चुनाव चिन्ह या गाय बछड़े के चुनाव चिन्ह तक ही सीमित रही। कभी उसने न कृषकों के बारे में सोचा और न कृषि के बारे में सोचा। इसलिए सरकार पूरी तरह से कमिटेड है, प्रतिबद्ध है, और प्रधानमंत्री नरेंद्र मोदी जी के नेतृत्व में हम जो कृषि प्रधान देश है उसको कृषक प्रधान देश भी बनाने की दिशा में है, आगे बढ़ रहे हैं। आत्मनिर्भर कृषि के साथ साथ आत्मनिर्भर कृषक बनाने की दिशा में भी आगे बढ़ रहे हैं। इसके लिए किसी तरह का किसी को कोई कंफ्यूजन नहीं होना चाहिए। संगठन को भरोसा नहीं सरकार हमारी सुने। सरकार पूरी तरह से सुन रही है। सरकार ने कभी टकराव का रास्ता नहीं अपनाया, टॉक का रास्ता अपनाया है, और आने वाले दिनों में शुभ शुभ होगा। देखिए सर, पेपरलेस बजट कि ये चीप थिएटर है। देखो भैया, इस कोरोना काल में बहुत सी चीज़ें सावधानी की दृष्टि से परिवर्तित हुई हैं, चेंज हुई हैं। अब आप जो है वो वर्क फ्रॉम होम भी हो तो हुआ इस बीच में,